ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 405 ਤੇ ਹੇਠੋਂ ਤੀਸਰੀ ਪੰਕਤੀ ਹੈ। ਆਸਾ ਮਹਿਲਾ ਪੰਜਵਾਂ। ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ, ਹਰ ਹਰ ਨਾਮ ਚਰਾਵੋ ਰੰਗਨ, ਆਪੇ ਹੀ ਪ੍ਰਭ ਰੰਗ। ਉਦਮ ਕਰੋ, ਹੈ ਪਰਮਾਤਮਾ ਕਰਾਵੋ ਠਾਕੁਰ। ਹੈ ਪਰਮਾਤਮਾ, ਜੇ ਤੂੰ ਮੇਰੇ ਤੋਂ ਨਾਮ ਜਪਣ ਦਾ ਮੀਤ ਸਕਾ। ਕਿਹੜੇ 406 ਤੇ ਕਰਨ ਕਾਰਨ ਹੇਠੋਂ 6ਵੀਂ ਪੰਕਤੀ ਹੈ। ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ। ਕਰਨ ਕਾਰਨ, ਕਾਰਨ ਹੁੰਦੇ ਸ੍ਰਿਸ਼ਟੀ। ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਉਹ ਸਮਰੱਥ ਹੈ, ਉਹ ਜੀ ਦਾਤਾ ਆਪ ਹੈ, ਉਹ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਤਿਆਗ ਸਗਲ ਸਿਆਣਪਾਂ, ਆਠ ਪਹਿਰ ਪ੍ਰਭ ਜਪ। ਇਸ ਲਈ ਹੈ ਇਨਸਾਨ, ਤੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ, ਆਠ ਪਹਿਰ ਪ੍ਰਭ ਜਪ, ਅੱਠੇ ਪਹਿਰ ਪਰਮਾਤਮਾ ਦਾ ਜਪ ਕਰ। ਇਸ ਲਈ ਜਿੰਨਾ ਵੀ ਸਮਾਂ ਮਿਲੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਹੁੰਦਾ। ਕੰਮ ਧੰਦਾ ਕਰ ਰਹੇ ਹੋ ਤਾਂ ਵੀ ਕਰੇ ਜਾਓ, ਸੈਰ ਕਰ ਰਹੇ ਹੋ, ਸਫ਼ਰ ਕਰ ਰਹੇ ਹੋ, ਕਰੀ ਜਾਓ। ਸਿਰਫ ਜਦ ਤੁਸੀਂ ਦਿਮਾਗੀ ਕੋਈ ਕੰਮ ਕਰ ਰਹੇ ਹੋ ਬਸ ਉਦੋਂ ਨਹੀਂ ਕਰਨਾ, ਬਾਕੀ ਹਰ ਸਮੇਂ ਜਿਹੜਾ ਹੈ ਤੁਸੀਂ ਕਰ ਸਕਦੇ ਹੋ। ਮੀਤ ਸਖਾ ਸਹਾਏ ਸੰਗੀ, ਊਂਚ ਅਗੰਮ ਅਪਾਰ। ਪਰਮਾਤਮਾ ਊਂਚ ਜਿਹੜਾ ਉੱਚਾ ਹੈ, ਅਗੰਮ ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ, ਅਪਾਰ ਜੋ ਬੇਅੰਤ ਹੈ। ਉਹ ਸਾਡਾ ਮੀਤ ਹੈ, ਮਿੱਤਰ ਹੈ, ਸਖਾ ਸਾਥੀ ਹੈ, ਸਹਾਏ ਸਹਾਇਤਾ ਕਰਨ ਵਾਲਾ ਹੈ, ਸੰਗੀ ਹੈ। ਚਰਨ ਕਮਲ ਬਸਾਏ ਹਿਰਦੈ, ਜੀ ਕੋ ਆਧਾਰ। ਪਰਮਾਤਮਾ ਦੇ ਚਰਨ ਕਮਲਾਂ ਨੂੰ ਹਿਰਦੇ 'ਚ ਵਸਾਓ, ਭਾਵ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਓ। ਜੀ ਕੋ ਆਧਾਰ, ਉਹਦੀ ਜਿਹੜੀ ਯਾਦ ਹੈ ਉਹ ਸਾਡੀ ਜਿੰਦ ਦਾ ਆਧਾਰ ਹੈ। ਕਰ ਕਿਰਪਾ ਪ੍ਰਭ ਪਾਰ ਬ੍ਰਹਮ, ਗੁਣ ਤੇਰਾ ਜਸ ਗਾਉ। ਹੈ ਪਰਮਾਤਮਾ, ਹੈ ਪਾਰ ਬ੍ਰਹਮ ਪ੍ਰਭੂ, ਮੇਰੇ ਤੇ ਕਿਰਪਾ ਕਰ। ਗੁਣ ਤੇਰਾ ਜਸ ਗਾਉ, ਮੈਂ ਤੇਰੇ ਗੁਣ ਤੇਰਾ ਜਸ ਗਾਉਂਦਾ ਰਹਾਂ। ਮੇਰੇ ਤੇ ਕਹਿੰਦੇ ਕਿਰਪਾ ਕਰ, ਕਿਉਂਕਿ ਹੋਂ ਚਾਹ ਕੇ ਨਹੀਂ ਕਿਹਾ ਹੋਇਆ, ਵੇਖਿਆ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਗੁਣ ਗਾ ਸਕਾਂ। ਸਰਬ ਸੁਖ ਵੱਡੀ ਵਡਿਆਈ, ਜਪ ਜੀਵੈ ਨਾਨਕ ਨਾਮ। ਕਹਿੰਦੇ ਨਾਨਕ ਜਿਹੜਾ ਹੈ ਕੱਕੇ ਨੌਕਰ ਲਾਇਆ ਭਾ, ਗੁਰੂ ਕਹਿੰਦੇ ਮੈਂ ਜਪ ਜੀਵੈ ਨਾਨਕ ਨਾਮ। ਮੈਂ ਨਾਨਕ ਨਾਮ ਜਪ ਕੇ ਜਿਉਂਦਾ ਹਾਂ। ਇਸ ਨਾਮ ਦੇ ਵਿੱਚ ਕੀ ਹੈ? ਸਰਬ ਸੁਖ, ਸਾਰੇ ਸੁਖ ਹਨ। ਵੱਡੀ ਵਡਿਆਈ ਹੈ, ਇਹ 'ਚ ਬਹੁਤ ਵਡਿਆਈ ਮਿਲਦੀ ਹੈ। ਨਾਮ ਜਪਣ ਨਾਲ ਸੁਖ ਮਿਲਦੇ ਨੇ, ਵਡਿਆਈ ਮਿਲਦੀ ਹੈ। ਆਸਾ ਮਹਿਲਾ ਪੰਜਵਾਂ। ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ। ਹੈ ਪਰਮਾਤਮਾ, ਜੇ ਤੁਸੀਂ ਮੇਰੇ ਤੋਂ ਉਦਮ ਕਰਵਾਓ
ਤਾਂ ਹੀ ਮੈਂ ਕਰ ਸਕਦਾ ਹਾਂ। ਇਹ ਪਰਮਾਤਮਾ ਹੀ ਸਾਨੂੰ ਅੰਦਰ ਬੈਠਾ ਪ੍ਰੇਰਨਾ ਦਿੰਦਾ ਹੈ। ਸ਼ੁਭ ਕਰਮਾਂ ਦੀ ਪ੍ਰੇਰਨਾ ਪਰਮਾਤਮਾ ਅੰਦਰ ਬੈਠਾ ਦਿੰਦਾ ਰਹਿੰਦਾ ਹੈ। ਪੇਖਤ ਸਾਧੂ ਸੰਗ, ਮੈਂ ਗੁਰੂ ਦੀ ਸੰਗਤ ਵੀ ਕਰਾਂ, ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਾਂ। ਹਰ ਹਰ ਨਾਮ ਚਰਾਵੋ ਰੰਗਨ, ਮੇਰੇ ਤੇ ਹਰੀ ਦੇ ਨਾਮ ਦਾ ਰੰਗ ਚੜਾ ਦਿਓ। ਚਰਾਵੋ, ਰਾਰੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ, ਚਰਾਵੋ, ਮੇਰੇ ਤੇ ਹਰੀ ਦੇ ਨਾਮ ਦੀ ਰੰਗਣ ਚੜਾ ਦਿਓ, ਰੰਗ ਚੜਾ ਦਿਓ। ਆਪੇ ਹੀ ਪ੍ਰਭ ਰੰਗ, ਕਹਿੰਦੇ ਫਿਰ ਪਰਮਾਤਮਾ ਆਪੇ ਹੀ ਮੈਨੂੰ ਆਪਣੇ ਰੰਗ 'ਚ ਰੰਗ ਲਵੇਗਾ। ਮਨ ਮੈਂ ਰਾਮ ਨਾਮਾ ਜਾਪ, ਹੇ ਇਨਸਾਨ ਤੂੰ ਆਪਣੇ ਮਨ 'ਚ ਪਰਮਾਤਮਾ ਦਾ ਨਾਮ ਜਪ। ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰੋ, ਮੇਰੇ ਹਿਰਦੇ 'ਚ ਆ ਕੇ ਵਸ ਜਾਓ, ਮੇਰਾ ਆਪ ਹੀ ਸਹਾਈ ਹੋ, ਮੇਰੀ ਸਹਾਇਤਾ ਕਰੋ। ਮਨੁੱਖ ਨੇ ਕੀ ਕਰਨਾ? ਮਨ 'ਚ ਰਾਮ ਦਾ ਨਾਮ ਜਪਣਾ ਹੈ। ਫਿਰ ਪਰਮਾਤਮਾ ਕਿਰਪਾ ਕਰਕੇ ਹਿਰਦੇ 'ਚ ਆ ਵਸਦਾ ਹੈ। ਫਿਰ ਪਰਮਾਤਮਾ ਮਨੁੱਖ ਦਾ ਸਹਾਈ ਹੋ ਜਾਂਦਾ ਹੈ। ਮਨ ਮੈਂ ਰਾਮ ਨਾਮ ਜਾਪ, ਮਨ ਮੈਂ ਰਾਮ ਨਾਮ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੈ, ਕਰ ਕਿਰਪਾ ਵਸੋ ਮੇਰੇ ਹਿਰਦੈ, ਕਰ ਕਿਰਪਾ ਵਸੋ ਮੇਰੇ ਹਿਰਦੈ, ਕਰ ਕਿਰਪਾ ਵਸੋ ਮੇਰੇ ਹਿਰਦੈ। ਹੋਏ ਸਹਾਈ ਆਪ, ਹੋਏ ਸਹਾਈ ਆਪ, ਹੋਏ ਸਹਾਈ ਆਪ, ਹੋਏ ਸਹਾਈ ਆਪ। ਅੱਗੇ ਕਹਿੰਦੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਹੇ ਪਿਆਰੇ ਪ੍ਰਭੂ ਤੇਰਾ ਨਾਮ ਸੁਣ ਸੁਣ ਕੇ ਨਾ ਪ੍ਰਭ ਪੇਖਣ ਕਾ ਚਾਓ, ਮੇਰੇ ਮਨ 'ਚ ਪਰਮਾਤਮਾ ਨੂੰ ਵੇਖਣ ਦਾ ਚਾਅ ਪੈਦਾ ਹੋ ਗਿਆ। ਆਪਾਂ ਕਿਸੇ ਦੀ ਵਡਿਆਈ ਸੁਣਦੇ ਰਹੀਏ, ਆਪਣਾ ਜੀ ਕਦੇ ਯਾਰ ਉਹਨੂੰ ਮਿਲ ਕੇ ਆਈਏ ਵੀ ਬੰਦਾ ਕੋਈ ਵਧੀਆ ਹੀ ਹੈ। ਸੋ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਹਿੰਦੇ ਮਨ 'ਚ ਚਾਅ ਪੈਦਾ ਹੋ ਗਿਆ ਵੀ ਪਰਮਾਤਮਾ ਦੇ ਦਰਸ਼ਨ ਕਰੀਏ। ਦਇਆ ਕਰੋ ਕਿਰਮ ਆਪਣੇ ਕੋ, ਇਹ ਹੈ ਮਨੋਰਥ ਸਵਾਉ। ਮੇਰਾ ਇਹੀ ਮਨੋਰਥ ਹੈ, ਮੇਰਾ ਇਹੀ ਸਵਾਰਥ ਹੈ ਕਿ ਮੇਰੇ ਨਿਮਾਣੇ ਕਿਰਮ ਕੀੜੇ ਨੂੰ ਕਹਿੰਦੇ, ਮੇਰੇ ਵਰਗੇ ਨਿਮਾਣੇ ਜੀਵ 'ਤੇ ਦਇਆ ਕਰੋ ਤਾਂ ਜੋ ਮੈਂ ਤੁਹਾਡਾ ਨਾਮ ਜਪਾਂ, ਤੁਹਾਡੇ ਦਰਸ਼ਨ ਕਰ ਸਕਾਂ। ਮੇਰਾ ਕਦੇ ਇਹੀ ਮਨੋਰਥ ਹੈ। ਸੁਆਉ ਅਤੇ ਮਨੋਰਥ ਦਾ ਇੱਕੋ ਹੀ ਮਤਲਬ ਹੈ। ਤਨ ਧਨ ਤੇਰਾ ਤੂੰ ਪ੍ਰਭ ਮੇਰਾ, ਹਮਰੇ ਵਸ ਕਿਛ ਨਾਹੀਂ। ਹੇ ਪਰਮਾਤਮਾ ਤੂੰ ਹੀ ਮੇਰਾ ਧਨ ਹੈ, ਤੂੰ ਹੀ ਮੇਰਾ ਧਨ ਹੈ। ਮੇਰਾ ਧਨ ਤੇਰਾ ਹੈ, ਹਮਰੇ ਵਸ ਕਿਛ ਨਾਹੀਂ, ਸਾਡੇ ਵਾਸਤੇ ਕੁਝ ਵੀ ਨਹੀਂ ਹੈ। ਹੇ ਪਰਮਾਤਮਾ ਇਹ ਧਨ ਤੇਰਾ ਹੈ, ਤੂੰ ਪ੍ਰਭ ਮੇਰਾ, ਤੂੰ ਮੇਰਾ ਪਰਮਾਤਮਾ ਹੈ। ਹਮਰੇ ਵਸ ਕਿਛ ਨਾਹੀਂ, ਸਾਡੇ ਵਸ ਵਿੱਚ ਕੁਝ ਨਹੀਂ ਹੈ। ਜਿਉਂ ਜਿਉਂ ਰਾਖੈਂ ਤਿਉਂ ਤਿਉਂ ਰਹਿਣਾ, ਤੇਰਾ ਦੀਆ ਖਾਹੇ। ਜਿਵੇਂ ਜਿਵੇਂ ਤੁਸੀਂ ਕਿਸੇ ਨੂੰ ਰੱਖਦੇ ਹੋ ਤਿਉਂ ਤਿਉਂ ਰਹਿਣਾ, ਅਸੀਂ ਤਾਂ ਉਸੇ ਤਰ੍ਹਾਂ ਹੀ ਰਹਿਣਾ ਹੈ। ਤੇਰਾ ਦੀਆ ਖਾਹੇ, ਤੇਰਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ। ਜਨਮ ਜਨਮ ਕੇ ਕਿਲ ਵਿਖ ਘਾਟੈ, ਮੱਜਨ ਹਰ ਜਨ ਧੂਰ।
ਮੱਜਨ ਹੁੰਦਾ ਇਸ਼ਨਾਨ। ਇੱਕ ਤਾਂ ਟੂਟੀਆਂ 'ਤੇ ਇਸ਼ਨਾਨ ਹੁੰਦਾ, ਇੱਕ ਸਰੋਵਰਾਂ 'ਚ ਹੁੰਦਾ, ਖੂਹ 'ਤੇ ਹੁੰਦਾ, ਨਹਿਰਾਂ 'ਚ ਹੁੰਦਾ ਹੈ। ਮੱਜਨ ਉਹ ਇਸ਼ਨਾਨ ਹੈ ਜਿਹੜੇ ਖਾਸ ਸਮੇਂ 'ਤੇ ਹੁੰਦਾ ਹੈ। ਜਿਵੇਂ ਪੰਚਮੀ ਦੇ ਇੱਥੇ ਇਸ਼ਨਾਨ ਹੈ, ਇਹ ਮੱਜਨ ਹੈ। ਕਦੇ ਸੂਰਜ ਗ੍ਰਹਿਣ ਲੱਗਾ ਉਦੋਂ ਇਸ਼ਨਾਨ ਕਰਦੇ ਨੇ, ਉਸ ਨੂੰ ਵੀ ਮੱਜਨ ਕਿਹਾ ਹੈ। ਕੋਈ ਗੁਰਪੁਰਬ ਹੈ ਉਦੋਂ ਇਸ਼ਨਾਨ ਕਰਦੇ ਨੇ, ਉਹ ਵੀ ਮੱਜਨ ਹੁੰਦਾ ਹੈ। ਹਰ ਜਨ ਧੂਰ ਜਿਹੜੇ ਪਰਮਾਤਮਾ ਦੇ ਭਗਤ ਨੇ, ਉਹਨਾਂ ਦੀ ਚਰਨ ਧੂੜ 'ਚ ਜਿਹੜਾ ਕੀਤਾ ਇਸ਼ਨਾਨ ਹੈ ਨਾ, ਇਹ ਕੀ ਕਰਦਾ? ਜਨਮ ਜਨਮ ਕੇ ਕਿਲਵਖ ਕੱਟ, ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿੰਦਾ ਹੈ। ਭਾਵ ਸਤਿਕਾਰ ਸਹਿਤ, ਨਿਮਰਤਾ ਸਹਿਤ ਸਾਧੂਆਂ ਦੀ ਜਿਹੜੀ ਸੰਗਤ ਕਰਨੀ ਹੈ, ਇਹ ਜਨਮਾਂ ਜਨਮਾਂ ਤੇ ਪਾਪਾਂ ਨੂੰ ਕੱਢ ਦਿੰਦੀ ਹੈ। ਕਿਲਵਿਖ ਹੁੰਦਾ ਪਾਪ। ਤਾਂ ਨਸ ਵੰਜੋ ਕਿਲਵਿਖੋ ਕਰਤਾ ਕਰ। ਜਦੋਂ ਪਰਮਾਤਮਾ ਹਿਰਦੇ 'ਚ ਵਸ ਜਾਂਦਾ, ਸਭ ਬੁਰਾਈਆਂ ਭੱਜ ਭੁੱਜ ਜਾਂਦੀਆਂ। ਭਾਏ ਭਗਤ ਭਰਮ ਪੋ ਨਸ, ਹਰ ਨਾਨਕ ਸਦਾ ਹਜ਼ੂਰ। ਭਾਏ ਭਗਤ, ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਦੇ ਨਾਲ, ਕਿਉਂਕਿ ਸਿੱਖ ਧਰਮ 'ਚ ਤਪ ਦਾ ਕੋਈ ਰਿਵਾਜ਼ ਨਹੀਂ ਹੈ। ਪਹਿਲਾਂ ਤਪੱਸਿਆ ਕਰਦੇ ਹੁੰਦੇ ਸਨ, ਸਰੀਰ ਨੂੰ ਕਈ ਪ੍ਰਕਾਰ ਦੇ ਕਸ਼ਟ ਦਿੱਤੇ ਜਾਂਦੇ ਸਨ। ਭਗਤ ਅਤੇ ਗੁਰੂ ਮਹਾਰਾਜ ਆਏ ਭਾਰਤ 'ਚ, ਉਹਨਾਂ ਕਿਹਾ, ਭਲੇ ਮਾਨਸੋ, ਤੁਸੀਂ ਸਰੀਰ ਨੂੰ ਕਿਉਂ ਕਸ਼ਟ ਦਿੰਦੇ ਹੋ? ਸਰੀਰ ਦਾ ਤਾਂ ਕੋਈ ਕਸੂਰ ਹੀ ਨਹੀਂ, ਕਸੂਰ ਤਾਂ ਮਨ ਦਾ ਹੈ। ਮਨ ਹੀ ਸਾਡੇ ਤੋਂ ਚੰਗੇ ਕੰਮ ਕਰਾਉਂਦਾ, ਮਨ ਹੀ ਸਾਡੇ ਤੋਂ ਮੰਦੇ ਕੰਮ ਕਰਾਉਂਦਾ। ਸਰੀਰ ਤਾਂ ਮਨ ਦੇ ਆਖੇ ਲੱਗਦਾ ਹੈ, ਅਤੇ ਤੁਸੀਂ ਸਜ਼ਾ ਸਰੀਰ ਨੂੰ ਦੇ ਰਹੇ ਹੋ। ਮਨ ਨੂੰ ਸਮਝਾਓ, ਮਨ ਜਿਹੜਾ ਭਗਤੀ ਕਰਨ ਵਾਲੇ ਪਾਸੇ ਲੱਗੇ। ਅਤੇ ਮਨ ਕਦੋਂ ਸਮਝਦਾ? ਜਦੋਂ ਸਤ ਸੰਗਤ ਕਰਦਾ ਰਹਿੰਦਾ। ਫਿਰ ਇਹਨੂੰ ਸੋਝੀ ਆਉਂਦੀ ਹੈ, ਫਿਰ ਇਹ ਪਿਆਰ ਸਹਿਤ ਭਜਨ ਬੰਦਗੀ ਕਰਦਾ ਹੈ। ਕਿਉਂਕਿ ਸਿੱਖ ਧਰਮ ਤਪੱਸਿਆ ਦਾ ਰਿਵਾਜ਼ ਨਹੀਂ ਹੈ, ਘਰ ਬਾਰ ਛੱਡਣ ਦਾ ਰਿਵਾਜ਼ ਨਹੀਂ ਹੈ, ਭੁੱਖੇ ਪਿਆਸੇ ਰਹਿਣ ਦਾ ਰਿਵਾਜ਼ ਨਹੀਂ ਹੈ, ਨੰਗੇ ਰਹਿਣ ਦਾ ਰਿਵਾਜ਼ ਨਹੀਂ ਹੈ। ਸਹਿਜ ਸੁਭਾਅ ਜ਼ਿੰਦਗੀ ਜਿਉਣੀ ਹੈ। ਕਿਉਂਕਿ ਸਿੱਖ ਧਰਮ ਸੰਸਾਰੀਆਂ ਦਾ ਧਰਮ ਹੈ। ਇਹ ਬੋਧੀਆਂ ਜੈਨੀਆਂ ਵਾਂਗੂ ਧਰਮ ਨਹੀਂ ਹੈ, ਇਹ ਸੰਸਾਰੀ ਧਰਮ ਹੈ। ਸੰਸਾਰ ਵਿੱਚ ਰਹਿ ਕੇ ਹੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਉਹਦਾ ਸੌਖਾ ਜਿਹਾ ਢੰਗ ਬਾਣੀ 'ਚ ਦੱਸਿਆ ਹੈ ਕਿ ਸਹੀ ਕਰਮ ਕਰੋ ਅਤੇ ਨਾਮ ਜਪੋ, ਬਸ। ਬਾਕੀ ਆਪਣੀ ਕਿਰਤ ਕਰਦੇ ਰਹੋ, ਆਪਣਾ ਪਰਿਵਾਰ ਪਾਲੋ। ਜਿਹੜਾ ਵੀ ਕਰਮ ਕਰਨਾ ਉਹ ਸਹੀ ਹੋਣਾ ਚਾਹੀਦਾ, ਗਲਤ ਨਹੀਂ ਹੋਣਾ ਚਾਹੀਦਾ। ਬੰਦਾ ਰਿਸ਼ਵਤ ਲੈ ਰਿਹਾ, ਪਤਾ ਉਹਨੂੰ ਵੀ ਰਿਸ਼ਵਤ ਮਾੜੀ ਹੈ। ਜੇ ਮਾੜੀ ਹੈ ਤਾਂ ਹੀ ਰਿਸ਼ਵਤ ਲੈਂਦੇ, ਫੜ ਲੈਂਦੀ ਨਾ ਸਰਕਾਰ। ਜੇ ਚੰਗੀ ਹੈ ਤਾਂ ਫਿਰ ਕਿਉਂ ਫੜਦੇ ਬਈ? ਇਸ ਲਈ ਸਹੀ ਕਰਮ ਕਰਨਾ। ਜੇ ਬੰਦੇ ਦੇ ਕਰਮ ਸਹੀ ਹੋਣ, ਬੰਦਾ 90% ਤੇ ਵੈਸੇ ਹੀ ਸੁਖੀ ਹੋ ਜਾਂਦਾ। 10% ਕਦੇ ਵੀ 90, ਕਦੇ 100% ਕਿਉਂ ਨਹੀਂ ਹੁੰਦਾ ਜੀ? 10% ਸਾਨੂੰ ਮਗਰਲੇ ਜਨਮਾਂ ਦੇ ਮਾੜੇ ਕਰਮਾਂ ਕਾਰਨ ਉਹ ਦੁੱਖ ਭੋਗਣਾ ਪੈਂਦਾ ਹੈ। ਉਹਦਾ ਹੱਲ ਗੁਰਬਾਣੀ ਦੱਸਿਆ ਕਿ ਭਾਈ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਤੁਹਾਡੇ ਮਗਰਲੇ ਮਾੜੇ ਕਰਮ ਹੌਲੀ ਹੌਲੀ ਕੱਟ ਜਾਣਗੇ ਅਤੇ ਤੁਸੀਂ ਸੁਖੀ ਹੋ ਜਾਓਗੇ। ਇਸ ਕਰਕੇ ਭਾਏ ਭਗਤ, ਪ੍ਰੇਮਾ ਭਗਤੀ ਕਰਨ ਨਾਲ ਭਰਮ ਭਉ ਨਸ। ਭਰਮ ਵੀ ਖਤਮ ਹੋ ਜਾਂਦਾ ਹੈ, ਡਰ ਵੀ ਖਤਮ ਹੋ ਜਾਂਦਾ ਹੈ। ਡਰ ਉਨਾ ਚਿਰ ਹੀ ਹੈ ਜਿੰਨਾ ਚਿਰ ਅੰਦਰ ਭਰਮ ਹੈ। ਜਦੋਂ ਭਰਮ ਖਤਮ ਹੋ ਗਿਆ, ਫਿਰ ਡਰ ਆਪਣੇ ਆਪ ਖਤਮ ਹੋ ਜਾਂਦਾ। ਸੰਤ ਅਤਰ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ, ਨਾਲ ਉਹਨਾਂ ਦਾ ਸੇਵਕ ਹੈ ਭਗਤ ਸਿੰਘ। ਅੱਗੜ ਪਿਛੜ ਆ ਰਹੇ ਨੇ, ਅੱਗੋਂ ਸ਼ੇਰ ਆ ਰਿਹਾ।
ਹੁਣ ਦੀ ਤਰ੍ਹਾਂ ਸੜਕਾਂ ਨਹੀਂ ਸਨ, ਪਈਆਂ ਹੁੰਦੀਆਂ ਸਨ। ਮੱਧ ਪ੍ਰਦੇਸ਼ ਜੰਗਲ ਵੀ ਜ਼ਿਆਦਾ ਹੁੰਦੇ ਸੀ। ਸ਼ੇਰ ਆ ਰਿਹਾ ਹੈ, ਮਹਾਂਪੁਰਖ ਸਹਿਜ ਸੁਭਾ ਆਪਣਾ ਸਿਮਰਨ ਕਰਦੇ ਜਾ ਰਹੇ ਹਨ। ਭਗਤ ਸਿੰਘ ਨੇ ਦੇਖਿਆ ਵੀ ਸ਼ੇਰ ਆ ਰਿਹਾ, ਉਹ ਡਰ ਗਿਆ। ਉਹ ਡਰ ਕੇ ਦਰਖਤ 'ਤੇ ਚੜ੍ਹ ਗਿਆ। ਸ਼ੇਰ ਆਇਆ, ਮਹਾਂਪੁਰਖਾਂ ਦੇ ਕੋਲੋਂ ਲੰਘ ਗਿਆ ਹੈ, ਉਹਦੇ ਦਰਖਤ ਕੋਲੋਂ ਵੀ ਲੰਘ ਗਿਆ ਅੱਗੇ। ਭਗਤ ਸਿੰਘ ਉਤਰਿਆ, ਮਗਰ ਭੱਜਿਆ ਜਾਂਦਾ ਮਹਾਂਪੁਰਖਾਂ, ਬਾਬਾ ਜੀ ਬਾਬਾ ਜੀ। ਉਹ ਕਹਿੰਦੇ ਭਗਤ ਸਿੰਘ ਕੀ ਹੋ ਗਿਆ, ਤੁਸੀਂ ਸ਼ੇਰ ਨਹੀਂ ਵੇਖਿਆ? ਕਹਿੰਦਾ ਭਗਤ ਸਿੰਘ ਜਿਹੜਾ ਤੂੰ ਸ਼ੇਰ ਵੇਖਿਆ ਉਹ ਨਹੀਂ ਅਸੀਂ ਵੇਖਿਆ। ਕਹਿੰਦਾ ਨਹੀਂ ਜੀ ਇੱਕੋ ਹੀ ਸ਼ੇਰ ਸੀ। ਕਹਿੰਦੇ ਭਗਤ ਸਿੰਘ ਤੈਨੂੰ ਸ਼ੇਰ ਦੇ ਵਿੱਚ ਸ਼ੇਰ ਵਿਖਾਈ ਦਿੱਤਾ, ਚੰਗਾ ਹੋਇਆ ਤੂੰ ਦਰਖਤ ਚੜ੍ਹ ਗਿਆ, ਜੇ ਉਹਨੇ ਮਾਰਨਾ ਸੀ ਤੇਰੇ ਝਪਟਾ। ਅਸੀਂ ਦੇਖਿਆ ਵੀ ਉਹ ਇਹ ਤਾਂ ਪਰਮਾਤਮਾ ਸ਼ੇਰ ਦਾ ਰੂਪ ਧਾਰਨ ਕਰਕੇ ਆ ਰਿਹਾ ਹੈ, ਇਸ ਲਈ ਪਰਮਾਤਮਾ ਨੇ ਸਾਨੂੰ ਕੀ ਕਹਿਣਾ ਸੀ। ਉਹ ਆਪਣੇ ਰਾਹ ਪੈ ਗਿਆ ਸੀ, ਆਪਣੇ ਰਾਹ ਤੁਰੇ। ਕਿਉਂਕਿ ਜੋ ਬ੍ਰਹਮ ਗਿਆਨ ਹੁੰਦਾ ਹੈ, ਇਹ ਸਾਡੀ ਖਲੜੀ ਦੇ ਅੰਦਰ ਕੀ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ। ਜੋ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਸਰੀਰ ਦੇ ਵਿੱਚ ਕਿੱਥੇ ਗੜਬੜ ਹੈ ਉਹ ਵੈਸੇ ਹੀ ਦਿਸਣ ਲੱਗ ਜਾਂਦੀ ਹੈ। ਤੁਹਾਡੇ ਸਾਹਮਣੇ ਬੰਦਾ ਖਲੋਤਾ, ਬਾਬਾ ਜੀ ਮੇਰੀ ਨਾ ਛਾਤੀ ਦਰਦ ਹੁੰਦਾ ਹੈ, ਉਹ ਦੇਖਣਗੇ ਦਾ ਹਾਰਟ ਠੀਕ ਹੈ। ਜੇ ਮੈਨੂੰ ਦੇਖ ਕਹਿੰਦੇ ਪਿੰਡਰ ਸਾਹਿਬ ਤੁਹਾਡੀਆਂ 2 ਨਾੜੀਆਂ ਠੀਕ ਚੱਲ ਰਹੀਆਂ, ਇੱਕ ਨਾੜੀ ਚਿਪਕ ਗਈ ਹੈ, ਉਹ 'ਚ ਰੁਕ ਰੁਕ ਕੇ ਖੂਨ ਵਗਦਾ ਲੰਘਦਾ ਹੈ, ਇਸ ਲਈ ਤੁਹਾਨੂੰ ਦਰਦ ਹੁੰਦੀ ਹੈ। ਬਿਨਾਂ ਕਿਸੇ ਮਸ਼ੀਨ ਦੇ ਹੀ ਦੱਸਦਾ ਅੰਦਰ ਆ ਹੋ ਰਿਹਾ। ਇੱਕ ਵਾਰੀ ਮੈਂ ਸੰਤ ਸੀਤਲ ਸਿੰਘ ਜੀ ਕੋਲ ਬੈਠਾ, ਇੱਕ ਲੇਡੀ ਆਈ ਹੈ, ਕਹੇ ਜੀ ਮੇਰੇ ਪੇਟ 'ਚ ਨਾ ਦਰਦ ਹੁੰਦੀ ਰਹਿੰਦੀ ਹੈ। ਉਹ ਕਹਿੰਦੇ ਬੀਬਾ ਤੇਰੇ ਪੇਟ ਦੇ ਸੱਜੇ ਪਾਸੇ ਕਾਲਾ ਨਿਸ਼ਾਨ ਵਿਖਾਈ ਦਿੰਦਾ। ਕਹਿੰਦੇ ਹਾਂ ਜੀ ਹੈ। ਕਹਿੰਦੇ ਤੈਨੂੰ ਨਾ ਕੈਂਸਰ ਹੋ ਗਿਆ, ਆਪਣਾ ਵੇਲੇ ਸਿਰ ਇਲਾਜ ਕਰੋ। ਦੇਖੋ ਕਿਉਂ ਅੰਦਰ ਦਿਸਣ ਲੱਗ ਗਿਆ। ਇਸੇ ਤਰ੍ਹਾਂ ਫਿਰ ਅੰਦਰ ਜਿਹੜਾ ਹੈ ਪਰਮਾਤਮਾ ਦਿਸਣ ਲੱਗ ਜਾਂਦਾ ਹੈ, ਇਸ ਲਈ ਬਾਹਰਲਾ ਸਰੀਰ ਦਿਸਣ ਹਟ ਜਾਂਦਾ ਹੈ। ਤਾਂ ਕਹਿੰਦੇ ਸਿੱਖ ਧਰਮ ਨੇ ਪ੍ਰੇਮਾ ਭਗਤੀ ਕਰਨੀ। ਪ੍ਰੇਮਾ ਭਗਤੀ ਦੇ ਨਾਲ ਭਰਮ ਖਤਮ ਹੋ ਜਾਏਗਾ। ਭਰਮ ਕਾਰਨ ਜਿਹੜਾ ਭਉ ਡਰ ਹੈ ਉਹ ਖਤਮ ਹੋ ਜਾਏਗਾ। ਪਰ ਹਾਂ ਭਰਮ ਵੀ ਨਸ ਜਾਏਗਾ, ਭਉ ਵੀ ਨਸ ਜਾਏਗਾ। ਹਰ ਨਾਨਕ ਸਦਾ ਹਜ਼ੂਰ, ਤੇ ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਵਿਖਾਈ ਦੇਵੇਗਾ। ਵੀ ਉਹ ਤੇ ਹਾਜ਼ਰ ਹੈ, ਉਹ ਕਿਤੇ ਦੂਰ ਨਹੀਂ ਗਿਆ ਹੋਇਆ। ਸੋ ਪਿਆਰ ਸਹਿਤ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਪਿਆਰ ਸਹਿਤ ਬਾਣੀ ਪੜ੍ਹੀ ਜਾਣੀ। ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਦਸਮ ਪਾਤਸ਼ਾਹ ਦਾ ਨਿਰਣਾ ਹੈ, ਜਿਸ ਨੇ ਰੱਬ ਨੂੰ ਪਿਆਰ ਕੀਤਾ ਉਸ ਨੇ ਰੱਬ ਨੂੰ ਪ੍ਰਾਪਤ ਕੀਤਾ। ਆਸਾ ਮਹਿਲਾ ਪੰਜਵਾਂ। ਅਗੰਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਇਹਨੂੰ ਅਗਮ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਅਗੰਮ। ਗੰਮ ਹੁੰਦਾ ਪਹੁੰਚਣਾ, ਜਿੱਥੋਂ ਤੱਕ ਇੰਦਰੀਆਂ ਦੀ ਪਹੁੰਚ ਹੈ ਉਹ ਹੈ ਗੰਮ। ਜਿੱਥੇ ਸਾਡੀ ਇੰਦਰੀਆਂ ਦੀ ਪਹੁੰਚ ਨਹੀਂ ਹੈ ਉਹ ਹੈ ਅਗੰਮ। ਗੋਚਰ ਹੁੰਦਾ ਇੰਦਰੀਆਂ ਦੀ ਪਕੜ 'ਚ ਆਉਣ ਵਾਲਾ, ਅਗੋਚਰ ਜਿਹੜਾ ਸਾਡੀਆਂ ਇੰਦਰੀਆਂ ਦੀ ਪਕੜ 'ਚ ਨਹੀਂ ਆਉਂਦਾ। ਪਰਮਾਤਮਾ ਅਗੰਮ ਹੈ, ਅਗੋਚਰ ਹੈ। ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਹੇ ਅਗੰਮ ਅਗੋਚਰ ਪਰਮਾਤਮਾ, ਤੇਰਾ ਦਰਸ਼ਨ ਉਹੀ ਪਾ ਸਕਦਾ ਹੈ, ਉਹੀ ਕਰ ਸਕਦਾ ਹੈ ਜਿਸ ਮਸਤਕ ਭਾਗ, ਜਿਹਦੇ ਮੱਥੇ 'ਤੇ ਚੰਗੀ ਕਿਸਮਤ ਲਿਖੀ ਹੋਈ ਹੈ। ਜਦੋਂ ਸਾਨੂੰ ਜਿਸ ਜਨਮ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣੇ ਨੇ, ਅਸੀਂ ਲਿਖਾ ਕੇ ਲਿਆਵਾਂਗੇ। ਲਿਖਿਆ ਹੋਏਗਾ ਕਿ ਤੈਨੂੰ ਇਸ ਜਨਮ 'ਚ ਦਰਸ਼ਨ ਹੋਣਗੇ।
ਸੰਤ ਸੀਤਲ ਜੀ ਕਹਿੰਦੇ ਪਾਕਿਸਤਾਨ ਵਿੱਚ ਜੋਤਸ਼ੀ ਆ ਗਿਆ ਹੈ, ਮੈਂ ਵੀ ਚਲਿਆ ਗਿਆ। ਉਹ ਮੇਰਾ ਹੱਥ ਵੇਖ ਕੇ ਮੈਨੂੰ 3 ਗੱਲਾਂ ਉਹਨੇ ਕਹੀਆਂ। ਕੁਝ ਸਾਲਾਂ ਬਾਅਦ ਤੁਸੀਂ ਇੱਥੋਂ ਘਰ ਛੱਡ ਕੇ ਪੂਰਬ ਵਾਲੇ ਪਾਸੇ ਦੂਰ ਚਲੇ ਜਾਓਗੇ, ਉੱਥੇ ਜਾ ਕੇ ਤੁਹਾਨੂੰ ਸਰਕਾਰੀ ਨੌਕਰੀ ਮਿਲੇਗੀ, ਉੱਥੇ ਜਾ ਕੇ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਲਿਖਿਆ ਹੋਇਆ ਸੀ ਤਾਂ ਹੋਈ ਹੈ। ਸਾਡੇ ਜੋ ਜਿਸ ਦੇ ਲਿਖਿਆ ਹੋਏਗਾ ਮੱਥੇ 'ਤੇ ਜਾਂ ਹੱਥ 'ਤੇ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ, ਬਾਕੀ ਨਹੀਂ ਤਾਂ ਅਸੀਂ ਭਜਨ ਬੰਦਗੀ ਕਰਦੇ ਰਹਿਣਾ। ਇਸ ਕਰਕੇ ਚਿੰਤਾ ਨਹੀਂ ਕਰਨੀ। ਜੇ ਮੱਥੇ 'ਤੇ ਲਿਖਿਆ ਹੋਇਆ, ਜੋ ਅਸੀਂ ਲਿਖਾ ਕੇ ਲਏ ਉਹ ਤਾਂ ਸਾਨੂੰ ਮਿਲ ਹੀ ਜਾਣਾ ਹੈ। ਉਹਦੇ ਲਈ ਕੋਈ ਔਖੇ ਹੋਣ ਦੀ ਲੋੜ ਨਹੀਂ ਹੈ। ਉਹ ਤਾਂ ਤੁਹਾਡੀ ਕਿਸਮਤ 'ਚ ਲਿਖਿਆ, ਮਿਲ ਹੀ ਜਾਣਾ। ਹਾਂ, ਜਿਹੜਾ ਨਹੀਂ ਲਿਖਿਆ ਹੁੰਦਾ ਉਸ ਲਈ ਔਖੇ ਹੋਣਾ ਪੈਂਦਾ ਹੈ। ਭਜਨ ਬੰਦਗੀ ਕਰ ਕਰਕੇ ਅਸੀਂ ਫਿਰ ਆਪਣੀ ਕਿਸਮਤ ਬਦਲ ਸਕਦੇ ਹਾਂ। ਇਸ ਲਈ ਭਾਗ ਬਦਲਣੇ ਔਖੇ ਹੁੰਦੇ ਨੇ, ਪਰ ਬਦਲ ਸਕਦੇ ਹਾਂ, ਕਿਉਂਕਿ ਬਾਣੀ ਪੜ੍ਹੋ, ਨਾਮ ਜਪੋ, ਤੁਹਾਡੀ ਕਿਸਮਤ ਬਦਲ ਜਾਏਗੀ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਪਰਮਾਤਮਾ ਕਿਰਪਾਲੂ ਹੈ, ਉਹਨੇ ਕਿਰਪਾ ਕੀਤੀ। ਸਤਿਗੁਰੂ ਨੇ ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ। ਗੁਰੂ ਕੋਲ ਵੀ ਅਸੀਂ ਤਾਂ ਹੀ ਜਾਣੇ ਜੇ ਪਰਮਾਤਮਾ ਦੀ ਕਿਰਪਾ ਹੋਵੇ। ਸਾਨੂੰ ਪਰਮਾਤਮਾ ਪਹਿਲੀ ਵਾਰੀ ਗੁਰੂ ਕੋਲੇ ਭੇਜਦਾ ਹੈ, ਅੱਗੇ ਫਿਰ ਜੇ ਅਸੀਂ ਗੁਰੂ ਦੇ ਆਖੇ ਲੱਗਾਂਗੇ, ਫਿਰ ਉਹ ਜਿਹੜਾ ਸਾਡੇ 'ਤੇ ਕਿਰਪਾ ਕਰਦਾ ਰਹਿੰਦਾ। ਕਲਯੁਗ ਉਧਾਰਿਆ ਗੁਰਦੇਵ। ਕਲਯੁਗ ਦੇ ਜਿਹੜੇ ਜੀਵ ਨੇ, ਜਿਹੜੇ ਗੁਰੂ ਦੇ ਲੜ ਲੱਗ ਗਏ, ਗੁਰੂ ਨੇ ਉਹਨਾਂ ਦਾ ਪਾਰ ਉਤਾਰਾ ਕਰਤਾ। ਹਾਲਾਂਕਿ ਕਲਯੁਗ ਹੈ, ਕਹਿ ਜੀ ਬੜਾ ਮਾੜਾ ਸਮਾਂ, ਬਾਕੀ ਯੁੱਗ ਵਧੀਆ ਸਨ ਜੀ, ਇਹ ਮਾੜਾ ਯੁੱਗ ਹੈ ਜੀ। ਪਰ ਸਿੱਖ ਧਰਮ ਕਹਿੰਦਾ ਕੋਈ ਯੁੱਗ ਮਾੜਾ ਚੰਗਾ ਨਹੀਂ ਹੁੰਦਾ, ਅਸੀਂ ਹੀ ਚੰਗੇ ਜਾਂ ਮਾੜੇ ਹੁੰਦੇ। ਜਿਸ ਸਮੇਂ 'ਚ ਬੁਰਾਈ ਜ਼ਿਆਦਾ ਵੱਧ ਜੇ, ਸਮਝੋ ਕਲਯੁਗ ਹੈ। ਚੰਗਿਆਈ ਵੱਧ ਗਈ ਹੈ, ਸਮਝੋ ਸਤਯੁਗ ਹੈ। ਹੈਗਾ ਕਲਯੁਗ, ਪਰ ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ, ਗੁਰੂ ਨੇ ਉਹਨਾਂ ਦਾ ਉਧਾਰਿਆ, ਉਹਨਾਂ ਦਾ ਪਾਰ ਉਤਾਰਾ ਕਰਤਾ। ਮਾਲ ਮੂਤ ਹੁੰਦਾ ਗੰਦੇ, ਮੂੜ ਜੇ ਮੁਗਧ ਮਹਾਂ ਮੂਰਖ। ਜਿਹੜੇ ਗੰਦੇ ਮੰਦੇ ਸਨ, ਜਿਹੜੇ ਮਹਾਂ ਮੂਰਖ ਸਨ, ਸਭ ਲੱਗੇ ਤੇਰੀ ਸੇਵ। ਉਹ ਗੁਰੂ ਦੇ ਲੜ ਲੱਗ ਕੇ, ਹੇ ਪਰਮਾਤਮਾ ਤੇਰਾ ਸਿਮਰਨ ਕਰਨ 'ਚ ਲੱਗ ਗਏ। ਕਿ ਗੁਰੂ ਨੇ ਜ਼ਿੰਦਗੀ ਹੀ ਬਦਲ ਕੇ ਰੱਖ ਦੇਣੀ ਹੁੰਦੀ ਹੈ। ਸਭ ਅੰਦਰੋਂ ਬੁਰਾਈਆਂ ਖਤਮ ਕਰਕੇ ਉਸਨੂੰ ਨਾਮ ਜਪਣ ਲਾ ਦੇਣਾ ਹੈ, ਕਿਉਂਕਿ ਗੁਰੂ ਮਹਾਰਾਜ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖ ਹੀ ਲੈਣ, ਅੰਦਰੋਂ ਸਾਰੀ ਬੁਰਾਈਆਂ ਦੂਰ ਹੋ ਜਾਣ। ਮਨ 'ਚ ਕਿੰਨੀ ਮੈਲ ਕਿਆ ਨਾ, ਜੇ ਗੁਰੂ ਮਹਾਰਾਜ ਕਿਰਪਾ ਦ੍ਰਿਸ਼ਟੀ ਨਾਲ ਵੇਖ ਲੈਣ, ਮਨ ਧੋ ਦਿੰਦੇ ਨੇ, ਸਾਫ ਸੁਥਰਾ ਕਰ ਦਿੰਦੇ ਨੇ। ਰਹਾ ਤੂੰ ਆਪ ਕਰਤਾ, ਸਭ ਸ੍ਰਿਸ਼ਟ ਧਰਤਾ, ਸਭ ਮੈਂ ਰਿਹਾ ਸੁਭਾਏ। ਹੇ ਪਰਮਾਤਮਾ ਤੂੰ ਕਰਤਾ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਸਭ ਸ੍ਰਿਸ਼ਟ ਧਰਤਾ, ਤੂੰ ਸਾਰੀ ਸ੍ਰਿਸ਼ਟੀ ਨੂੰ ਓਟ ਆਸਰਾ ਦੇਣ ਵਾਲਾ ਹੈ। ਇਹ ਧਰਤੀ ਪਰਮਾਤਮਾ ਦੇ ਆਸਰੇ ਖੜੀ ਹੈ। ਪੁਰਾਤਨ ਗ੍ਰੰਥਾਂ ਕੇ ਧਰਤੀ ਬਲਦ ਦੇ ਸਿੰਘ 'ਤੇ ਖੜੀ ਹੈ। ਨਹੀਂ, ਗੁਰੂ ਮਹਾਰਾਜ ਕੇ ਫਿਰ ਬਲਦ ਦੇ ਹੇਠਾਂ ਕੌਣ ਸੀ? ਜੇ ਧਰਤੀ ਬਲਦ ਦੇ ਸਿੰਘ 'ਤੇ ਖੜੀ ਹੈ, ਫਿਰ ਬਲਦ ਦੇ ਹੇਠਾਂ ਕੌਣ ਸੀ? ਇਹਦਾ ਕੋਈ ਉੱਤਰ ਨਹੀਂ। ਇਹ ਸਭ ਪਰਮਾਤਮਾ ਦੇ ਹੁਕਮ ਵਿੱਚ ਹੈ। ਪਰਮਾਤਮਾ ਨੇ ਜੋ ਕੁਛ ਬਣਾਇਆ ਹੈ, ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ।
ਉਹਦੇ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸੂਰਜ, ਚੰਨ, ਤਾਰੇ ਸਭ ਪਰਮਾਤਮਾ ਦੇ ਭੈ ਵਿੱਚ ਹਨ। ਜਿਵੇਂ ਪਰਮਾਤਮਾ ਚਲਾ ਰਿਹਾ ਉਵੇਂ ਚਲਾਉਂਦਾ। ਪਰਮਾਤਮਾ ਬਹੁਤ ਵੱਡਾ ਸਾਇੰਸਦਾਨ ਹੈ। ਸਾਇੰਸ ਕਹਿੰਦੀ ਘੁੰਮਦੀ ਹੋਈ ਚੀਜ਼ ਹੇਠਾਂ ਨਹੀਂ ਡਿੱਗਦੀ, ਖੜੀ ਹੋਈ ਚੀਜ਼ ਡਿੱਗ ਪੈਂਦੀ ਹੈ। ਪਰਮਾਤਮਾ ਨੇ ਹਰ ਇੱਕ ਚੀਜ਼ ਘੁੰਮਣ ਲਾਤੀ ਹੈ। ਸਾਡੀ ਧਰਤੀ 1,05,000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜ ਰਹੀ ਹੈ, ਪਰ ਕਮਾਲ ਹੈ ਆਪਾਂ ਨੂੰ ਪਤਾ ਲੱਗੇ ਹਿੱਲ ਨਹੀਂ ਰਹੀ। ਨਿਰੀ ਇਸ ਤਰ੍ਹਾਂ ਹੀ ਨਹੀਂ ਘੁੰਮ ਰਹੀ, ਐਂ ਵੀ ਘੁੰਮ ਰਹੀ ਹੈ, ਐਂ ਗੇੜੇ ਖਾਂਦੀ। ਦੇਖੋ ਕਮਾਲ ਹੈ, ਕਦੇ ਪੁੱਠੀ ਕਦੇ ਸਿੱਧੀ ਕਦੇ ਆ ਜਾਂਦੀ, ਪਰ ਕੋਈ ਪਤਾ ਨਹੀਂ ਲੱਗਦਾ। ਸਭ ਉਹਦੇ ਹੁਕਮ 'ਚ ਹੋ ਰਿਹਾ। ਆਲਾ ਕਹਿ ਜੀ ਜਦੋਂ ਧਰਤੀ ਪੁੱਠੀ ਹੁੰਦੀ ਹੈ ਲੋਕ ਹੇਠਾਂ ਡਿੱਗ ਨਹੀਂ ਪੈਂਦੇ। ਮੈਂ ਲੋਕ ਵੀ ਘੁੰਮ ਰਹੇ ਨੇ। ਜੇ ਤਾਂ ਲੋਕ ਬੈਠੇ ਆਰਾਮ ਨਾਲ ਆਪਾਂ ਬੈਠੇ ਨਹੀਂ। ਜਿੰਨੀ ਸਪੀਡ ਨਾਲ ਧਰਤੀ ਘੁੰਮ ਰਹੀ ਉਸੇ ਸਪੀਡ ਨਾਲ ਅਸੀਂ ਘੁੰਮ ਰਹੇ ਹਾਂ, ਇਸ ਲਈ ਅਸੀਂ ਨਹੀਂ ਡਿੱਗਦੇ। ਜੇ ਧਰਤੀ ਘੁੰਮ ਰਹੀ ਨਹੀਂ ਤਾਂ ਅਸੀਂ ਖੜੇ ਹੁੰਦੇ, ਹੋ ਸਕਦਾ ਡਿੱਗ ਪੈਂਦੇ। ਧਰਤੀ ਵੀ ਘੁੰਮ ਰਹੀ ਹੈ, ਅਸੀਂ ਵੀ ਉਸੇ ਸਪੀਡ ਨਾਲ ਘੁੰਮ ਰਹੇ ਹਾਂ, ਇਸ ਲਈ ਕੁਛ ਵੀ ਨਹੀਂ ਡਿੱਗਦਾ ਹੈਗਾ। ਕਿਉਂਕਿ ਧਰਤੀ ਬਹੁਤ ਵੱਡੀ ਹੋਣ ਕਰਕੇ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਘੁੰਮ ਰਹੀ ਹੈ। ਛੋਟੀ ਜਿਹੀ ਚੀਜ਼ ਉਹਦੀ ਸਾਨੂੰ ਮਹਿਸੂਸ ਹੋ ਰਿਹਾ ਘੁੰਮ ਰਹੀ ਹੈ, ਬਹੁਤ ਵੱਡੀ ਹੈ। ਇੱਕ ਪਾਸੇ ਧਰਤੀ ਦੂਜੇ ਪਾਸੇ ਘੁੰਮਣ ਲੱਗੀ ਹੈ। 25,000 ਕਿਲੋਮੀਟਰ ਦੀ ਯਾਤਰਾ ਕਰਨੀ ਪੈਣੀ। ਮੰਨ ਲਓ ਮੈਂ ਇੱਥੋਂ ਚੱਲ ਪਿਆ, ਇੱਕੋ ਸੇਧ ਤੁਰਿਆ ਜਾਂਦਾ, 25,000 ਕਿਲੋਮੀਟਰ ਬਾਅਦ ਮੈਂ ਉੱਥੇ ਹੀ ਪਹੁੰਚ ਜਾਂਗਾ ਜਿੱਥੋਂ ਤੁਰਿਆ। ਅਗਰ ਧਰਤੀ ਦੇ ਵਿੱਚ ਆਪਾਂ ਮੋਰੀ ਕਰਨ ਲੱਗ ਜਾਈਏ, ਪਰਲੇ ਆਰ ਪਾਰ ਕੱਢਣੀ ਹੈ, ਸਾਨੂੰ 12,000 ਕਿਲੋਮੀਟਰ ਮੋਰੀ ਕਰਨੀ ਪੈਗੀ, ਆਰ ਪਾਰ ਮੋਰੀ ਹੋ ਜਾਏਗੀ। ਧਰਤੀ 12,000 ਕਿਲੋਮੀਟਰ ਮੋਟੀ ਹੈ ਅਤੇ ਇੱਕ ਥਾਂ ਤੋਂ ਲੈ ਕੇ ਗੇੜਾ ਜਿਹਦੇ ਦੁਆਲੇ ਲਈ 25,000 ਕਿਲੋਮੀਟਰ ਦਾ ਗੇੜਾ ਉਸਦਾ। ਵੱਡੀ ਸਾਰੀ ਹੋਣ ਕਰਕੇ ਅਸੀਂ ਤਾਂ ਧਰਤੀ ਦੇ ਮੁਕਾਬਲੇ ਕੀੜੀਆਂ ਮਕੌੜੀਆਂ ਵੀ ਨਹੀਂ ਹੈਗੀਆਂ, ਇਸ ਲਈ ਕੀ ਲੱਗਦਾ ਤਾਂ ਨਹੀਂ ਸਾਨੂੰ ਮਹਿਸੂਸ ਹੁੰਦਾ, ਕਿਉਂਕਿ ਧਰਤੀ ਵੀ ਘੁੰਮ ਰਹੀ ਹੈ, ਅਸੀਂ ਵੀ ਘੁੰਮ ਰਹੇ ਹਾਂ। ਇਹ ਕਹਿੰਦਾ ਜੀ ਧਰਤੀ ਘੁੰਮਦੀ ਹੈ, ਫਿਰ ਇਹ ਬੱਚੇ ਨੂੰ ਨਹੀਂ ਨਾ ਗਿਆਨ ਹੁੰਦਾ, ਇਹ ਦਰਵਾਜ਼ਾ ਫਿਰ ਉੱਧਰ ਨੂੰ ਕਿਉਂ ਨਹੀਂ ਚਲਾ ਜਾਂਦਾ। ਮੈਂ ਕਿਹਾ ਚੰਗਾ ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਜਾਂਦਾ। ਮੈਂ ਕਿਤਾਬ ਲੈ ਲਈ, ਉਹਦੇ ਇੱਕ ਸਿਰੇ 'ਤੇ ਦੁਆਤ ਰੱਖ ਲਈ। ਮੈਂ ਦੇਖੋ ਇਸ ਮੈਂ ਹੁਣ ਕਿਤਾਬ ਘੁਮਾਉਣਾ, ਦੁਆਤ ਨਾਲ ਉਸੇ ਸਿਰੇ 'ਤੇ ਹੀ ਹੈ ਨਾ, ਦੂਜੇ ਸਿਰੇ 'ਤੇ ਨਹੀਂ ਆਈ, ਕਿਉਂਕਿ ਦੁਆਤ ਵੀ ਨਾਲ ਨਾਲ ਘੁੰਮ ਰਹੀ ਹੈ। ਜੇ ਤਾਂ ਇਕੱਲੀ ਕਿਤਾਬ ਘੁੰਮਦੀ ਫਿਰ ਤਾਂ ਠੀਕ ਹੈ, ਦੁਆਤ ਉਸ ਸਿਰੇ ਜਾਏ ਉਸ ਸਿਰੇ, ਕਿਤਾਬ ਵੀ ਘੁੰਮ ਰਹੀ ਹੈ ਨਾਲ ਦੁਆਤ ਵੀ ਘੁੰਮ ਰਹੀ ਹੈ, ਇਸ ਲਈ ਇਹ ਦਰਵਾਜ਼ਾ ਇੱਥੇ ਰਹੂਗਾ, ਇੱਥੇ ਰਹੇਗਾ। ਛੋਟੀ ਉਮਰ 'ਚ ਹੁੰਦਾ ਹੀ ਹੈ, ਪ੍ਰੈਸ਼ਰ ਵੀ ਠੀਕ ਹੈ ਬੱਚਿਆਂ ਦਾ। ਕਿ ਮੈਂ ਜੋਗਰਾਫੀ ਪੜ੍ਹਾਇਆ ਕਰਦੇ ਬੱਚੇ, ਸਰ ਜੀ ਜੇ ਧਰਤੀ ਘੁੰਮਦੀ ਹੈ ਫਿਰ ਇਹ ਦਰਵਾਜ਼ਾ ਇੱਥੋਂ ਇੱਧਰ ਕਿਉਂ ਨਹੀਂ ਹੋ ਗਿਆ। ਫਿਰ ਉਹਨੂੰ ਪ੍ਰੈਕਟੀਕਲ ਕੇ ਦੱਸਣਾ ਪੈਂਦਾ ਕਿ ਦੇਖੋ ਆਹ ਕਿਤਾਬ ਘੁੰਮ ਰਹੀ ਹੈ, ਨਾਲ ਇਸੇ ਕੋਨੇ 'ਚ ਦੁਆਤ ਪਈ ਹੋਈ ਹੈ, ਉਹ ਵੀ ਉਸੇ ਤਰ੍ਹਾਂ ਘੁੰਮ ਰਹੀ ਹੈ, ਇਸ ਲਈ ਬਦਲਦੀ ਨਹੀਂ ਹੋਈ। ਸੋ ਕਹਿਣ ਦਾ ਭਾਵ ਕੀ ਸੀ, ਪਰਮਾਤਮਾ ਆਪ ਸ੍ਰਿਸ਼ਟੀ ਦਾ ਕਰਤਾ ਹੈ, ਸਭ ਸ੍ਰਿਸ਼ਟ ਧਰਤਾ, ਸਾਰੀ ਸ੍ਰਿਸ਼ਟੀ ਨੂੰ ਓਟ ਆਸਰਾ ਦੇਣ ਵਾਲਾ ਹੈ। ਸਭ ਮੈਂ ਰਿਹਾ ਸਮਾਏ, ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਾਰਿਆਂ ਦੇ ਵਿੱਚ ਵਸਦਾ ਹੈ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਕਹਿੰਦੇ ਧਰਮ ਰਾਜ ਹੈਰਾਨ ਹੋ ਗਿਆ ਵੀ ਇਹ ਤੇ ਕਲਯੁਗ ਸੀ, ਇਹ ਤੇ ਪਾਪੀ ਲੋਕ ਸਨ, ਇਹਦਾ ਤੇ ਮੇਰੇ ਕੋਲ ਆਉਣਾ ਸੀ। ਇਹ ਤਾਂ ਗੁਰੂ ਦੇ ਆਖੇ ਲੱਗ ਕੇ ਸਾਰੇ ਪਰਮਾਤਮਾ ਦੇ ਚਰਨੀ ਲੱਗ ਗਏ ਹਨ, ਹੁਣ ਮੇਰੇ ਕੋਲ ਕੌਣ ਆਵੇਗਾ। ਹਾਲੇ ਦੀ ਗਾਹ ਕੀ ਘਟ ਰਹੀ ਹੁਣ, ਕੁਦਰਤੀ ਗੱਲ ਹੈ, ਗਾਹ ਘਟ ਜਾਣ ਫਿਰ ਹੁੰਦਾ ਤਾਂ ਹੈ ਹੀ। ਕਹਿੰਦਾ ਹੈਰਾਨ ਹੋ ਗਿਆ, ਕਮਾਲ ਹੈ, ਮੇਰੇ ਕਲਯੁਗ ਹੈ, ਮੇਰੇ ਗਾਹਕ ਤੇ ਵਧਣੇ ਚਾਹੀਦੇ ਸਨ,
ਇਹ ਤੇ ਸਾਰੇ ਪਰਮਾਤਮਾ ਦੇ ਚਰਨ ਹੀ ਲੱਗ ਗਏ ਨੇ, ਇਹਨਾਂ ਨੇ ਮੇਰੇ ਕੋਲ ਕਿੱਥੇ ਆਉਣਾ। ਉਹ ਕਹਿੰਦਾ ਹੈਰਾਨ। ਸਤਯੁਗ ਤ੍ਰੇਤਾ ਦੁਆਪਰ ਭੜੀਆਂ, ਕਲਯੁਗ ਊਤਮ ਜੁਗਾ ਮਾਹੇ। ਸਤਯੁਗ ਤ੍ਰੇਤਾ ਤੇ ਦੁਆਪਰ ਨੂੰ ਚੰਗਾ ਕਿਹਾ ਜਾਂਦਾ ਹੈ, ਪਰ ਜਿਹੜਾ ਕਲਯੁਗ ਹੈ ਸਾਰੇ ਯੁੱਗਾਂ ਦੇ ਵਿੱਚ ਉੱਤਮ ਹੈ। ਇਹ ਕਹਿੰਦੇ ਸਾਰੇ ਯੁੱਗਾਂ 'ਚ ਵਧੀਆ ਹੈ। ਹਿੰਦੂ ਧਰਮਾਂ ਅਨੁਸਾਰ, ਪੁਸਤਕਾਂ ਅਨੁਸਾਰ ਸਤਯੁਗ ਕਹਿੰਦੇ ਬੰਦੇ ਦੀ ਉਮਰ 1 ਲੱਖ ਸਾਲ ਸੀ। 80 ਹਜ਼ਾਰ ਸਾਲ ਤਪ ਕਰਦੇ ਕਿਤੇ ਤਾਂ ਜਾ ਕੇ ਪਰਮਾਤਮਾ ਮਿਲਦਾ ਸੀ। ਤ੍ਰੇਤੇ 'ਚ ਉਮਰ ਹੋ ਗਈ 10,000 ਸਾਲ। ਕਿੰਨੇ ਹਜ਼ਾਰਾਂ ਸਾਲਾਂ ਤੱਕ ਭਜਨ ਬੰਦਗੀ ਕਰਨੀ ਪੈਂਦੀ। ਦੁਆਪਰ 'ਚ ਉਮਰ ਹੋ ਗਈ ਬੰਦੇ ਦੀ 1000 ਸਾਲ। ਕਲਯੁਗ ਦੇ ਵਿੱਚ 100 ਸਾਲ ਹੈ। ਕਿਤੇ ਲੱਖ ਸਾਲ ਭਜਨ ਬੰਦਗੀ ਕਰੋ ਤਾਂ ਜਾ ਕੇ ਕਿਤੇ ਰੱਬ ਮਿਲਦਾ ਸੀ। ਹੁਣ 25-30 ਸਾਲ ਹੀ ਕਰ ਲਓ ਤਾਂ ਹੀ ਮਿਲ ਜਾਂਦਾ ਹੈ। ਇਸ ਲਈ ਇਹ ਕਲਯੁਗ ਉੱਤਮ ਹੈ, ਸਾਰੇ ਯੁੱਗਾਂ ਦੇ ਵਿੱਚੋਂ ਉੱਤਮ ਹੈ। ਦੂਸਰੀ ਗੱਲ, ਪੁਰਾਤਨ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਕਿ ਸਤਯੁਗ ਦੇ ਵਿੱਚ ਜੇ ਕੋਈ ਬੰਦਾ ਕਸੂਰ ਕਰਦਾ ਸੀ, ਸਾਰੇ ਸ਼ਹਿਰ ਨੂੰ ਸਜ਼ਾ ਦਿੱਤੀ ਜਾਂਦੀ ਸੀ ਉਹਦੇ ਕਾਰਨ ਵੀ ਤੁਹਾਡੇ ਸ਼ਹਿਰ 'ਚ ਘਟੀਆ ਬੰਦਾ ਹੈ, ਸਾਰੇ ਸ਼ਹਿਰ ਨੂੰ ਫਾਲਣ ਕਰ ਲਿਆ ਜਾਂਦਾ ਸੀ। ਤ੍ਰੇਤੇ ਦੇ ਵਿੱਚ ਜੇ ਕੋਈ ਬੰਦਾ ਕਸੂਰ ਕਰਦਾ ਸੀ, ਉਹਦੇ ਸਾਰੇ ਰਿਸ਼ਤੇਦਾਰਾਂ ਨੂੰ ਸਜ਼ਾ ਦਿਆ ਕਰਦੇ ਸੀ। ਦੁਆਪਰ ਜੇ ਕੋਈ ਬੰਦਾ ਕਸੂਰ ਕਰਦਾ ਸੀ, ਸਾਰੇ ਟੱਬਰ ਨੂੰ ਸਜ਼ਾ ਦਿੱਤੀ ਜਾਂਦੀ ਸੀ। ਪਰ ਕਲਯੁਗ ਦੇ ਵਿੱਚ ਬਾਣੀ ਕਹਿੰਦੀ ਇਹ ਕਰ ਕਰੇ ਸੋ ਇਹ ਕਰ ਪਾਏ। ਇਹ ਕਰ ਕਰਨ ਦਾ ਹੱਥ, ਇਸ ਹੱਥ ਨਾਲ ਕਰੋ, ਇਸੇ ਹੱਥ ਨਾਲ ਭਰੋ। ਜਿਹੜਾ ਕਸੂਰ ਕਰਦਾ ਹੈ ਕਲਯੁਗ 'ਚ ਉਸੇ ਨੂੰ ਹੀ ਸਜ਼ਾ ਮਿਲਦੀ ਹੈ। ਉਹਦੇ ਬਦਲੇ ਉਹਦੇ ਮਾਂ ਪਿਓ, ਭੈਣ ਭਰਾਵਾਂ ਹੋਰਾਂ ਨਹੀਂ ਸਜ਼ਾ ਦਿੱਤੀ ਜਾਂਦੀ ਹੈ। ਹਾਂ, ਜੋ ਸ਼ਾਮਲ ਹੋਣ ਵਿੱਚ ਫਿਰ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ। ਇਸ ਲਈ ਕਹਿੰਦੇ ਇਹ ਕਰ ਕਰੇ, ਇਹ ਕਰ ਹੱਥ, ਇਹ ਹੱਥ ਜੋ ਕਰਦਾ ਸੋ ਇਹ ਕਰ ਪਾਏ, ਉਹੀ ਹੱਥ ਸਜ਼ਾ ਮਿਲਦੀ ਉਸ ਨੂੰ। ਭਾਵ ਜੋ ਵਿਅਕਤੀ ਕੋਈ ਕੰਮ ਕਰਦਾ ਸਜ਼ਾ ਜਾਂ ਇਨਾਮ ਉਸੇ ਨੂੰ ਹੀ ਮਿਲਦਾ ਹੈ। ਕੋਈ ਨਾ ਪਕੜੀਏ ਕਿਸੇ ਥਾਂ, ਕਿਸੇ ਦੀ ਥਾਂ 'ਤੇ ਦੂਜੇ ਨੂੰ ਨਹੀਂ ਫੜਿਆ ਜਾਂਦਾ, ਉਸੇ ਨੂੰ ਫੜਿਆ ਜਾਂਦਾ ਜਿਸ ਨੇ ਕਸੂਰ ਕੀਤਾ ਹੈ। ਹਰ ਜੀਉ ਸੋਈ ਕਰੇ ਜੇ ਭਗਤ ਤੇਰੇ ਜਾਚਣ। ਜਾਚਣ ਯਾਚਨਾ ਕਰਨਾ, ਬੇਨਤੀ ਕਰਨਾ, ਮੰਗਣਾ, ਇਹ ਤੇਰਾ ਬਿਰਦ। ਬਿਰਦ ਦਾ ਸੁਭਾਅ, ਉਹ ਸੁਭਾਅ ਜਿਹੜਾ ਕਦੇ ਨਹੀਂ ਬਦਲਦਾ, ਉਹਨੂੰ ਬਿਰਦ ਕਹਿੰਦੇ। ਸਾਡਾ ਸੁਭਾਅ ਬਚਪਨ 'ਚ ਹੋਰ, ਜਵਾਨੀ 'ਚ ਹੋਰ, ਬੁਢਾਪੇ 'ਚ ਹੋਰ, ਅੱਜ ਹੋਰ, ਕੱਲ੍ਹ ਹੋਰ, ਸਾਡਾ ਸੁਭਾਅ ਬਦਲਦਾ ਰਹਿੰਦਾ। ਪਰਮਾਤਮਾ ਦੇ ਸੁਭਾਅ ਨੂੰ ਬਿਰਦ ਕਿਹਾ ਜਿਹੜਾ ਬਦਲਦਾ ਹੀ ਨਹੀਂ ਹੈ। ਹਰ ਜੀਉ ਸੋਈ ਕਰਾਂ, ਹੇ ਪਰਮਾਤਮਾ ਤੂੰ ਉਹੀ ਕਰਦਾ ਹੈ ਜੇ ਭਗਤ ਤੇਰੇ ਜਾਚੈ। ਇਹ ਤੇਰੇ ਭਗਤ ਜੋ ਤੇਰੇ ਤੋਂ ਮੰਗਦੇ ਹਨ ਤੂੰ ਉਸ ਤਰ੍ਹਾਂ ਹੀ ਕਰਦਾ ਹੈ। ਇਹ ਤੇਰਾ ਬਿਰਦ, ਇਹ ਤੇਰਾ ਸੁਭਾਅ ਹੈ ਕਿ ਤੇਰੇ ਭਗਤ ਜੋ ਤੇਰੇ ਤੋਂ ਮੰਗਦੇ ਨੇ ਤੂੰ ਉਸੇ ਤਰ੍ਹਾਂ ਹੀ ਕਰਦਾ ਹੈ। ਸਾਡੀ ਕਿਉਂਕਿ ਭਜਨ ਬੰਦਗੀ ਥੋੜ੍ਹੀ ਹੈ, ਇਸ ਲਈ ਸਾਨੂੰ ਥੋੜ੍ਹਾ ਮਿਲਦਾ, ਦੇਰ ਨਾਲ ਮਿਲਦਾ ਹੈ। ਜੋ ਜੋ ਭਜਨ ਬੰਦਗੀ ਵਧੀ ਜਾਏਗੀ, ਵੱਧ ਮਿਲੇਗਾ, ਛੇਤੀ ਮਿਲਣ ਲੱਗ ਜਾਏਗਾ। ਜਦੋਂ ਅਸੀਂ ਬ੍ਰਹਮ ਗਿਆਨੀ ਹੋ ਗਏ ਫਿਰ ਜੋ ਮੰਗਾਂਗੇ ਤੁਰੰਤ ਮਿਲੇਗਾ, ਇਹ ਤੁਰੰਤ ਮਿਲੇਗਾ। ਤਾਂ ਹੀ ਕਿ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਹੋਵੇ। ਜਿੱਥੇ ਪਰਮਾਤਮਾ ਦੇ ਭਗਤ ਦਾ ਕੋਈ ਕੰਮ ਹੁੰਦਾ, ਪਰਮਾਤਮਾ ਨੂੰ ਸਵਾਰ ਲਈ ਉੱਥੇ ਭੱਜਿਆ ਹੀ ਜਾਂਦਾ, ਧਾਵਾ ਹੁੰਦਾ ਭੱਜਿਆ ਜਾਣਾ। ਇਹ ਨਹੀਂ ਵੀ ਕੱਲ੍ਹ ਨੂੰ ਕਰਾਂਗਾ, ਘੰਟੇ ਨੂੰ ਕਰਾਂਗਾ, 2 ਘੰਟਿਆਂ ਨੂੰ ਕਰਾਂਗਾ, ਭੱਜਿਆ ਹੀ ਜਾਂਦਾ। ਕਹਿੰਦਾ ਹੁਣੇ ਹੀ ਲੈ। ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇ ਹਰ ਦਰਸ। ਹੇ ਪਰਮਾਤਮਾ, ਕਰ ਹੁੰਦਾ ਹੱਥ, ਕਰ ਜੋੜ ਨਾਨਕ ਦਾਨ ਮੰਗੈ। ਨਾਨਕ ਹੱਥ ਜੋੜ ਕੇ ਤੇਰੇ ਤੋਂ ਦਾਨ ਮੰਗਦਾ
ਕੀ ਮੰਗਦਾ? ਆਪਣਿਆਂ ਸੰਤਾਂ ਦੇ ਹਰ ਦਰਸ। ਹੇ ਪਰਮਾਤਮਾ, ਆਪਣੇ ਸੰਤਾਂ ਨੂੰ ਦਰਸ਼ਨ ਦਿਓ। ਤੇ ਮੈਂ ਤੇਰੇ ਤੋਂ ਇਹ ਮੰਗਦਾ। ਰਾਗ ਆਸਾ ਮਹਿਲਾ ਪੰਜਵਾਂ, ਘਰ 13ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਓੰਕਾਰ ਦਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਹੋਇਆ ਹੈ। ਕਿਉਂ? ਕਿਉਂਕਿ ਪਰਮਾਤਮਾ ਨੇ ਜਦੋਂ ਹੁਕਮ ਕੀਤਾ ਸ੍ਰਿਸ਼ਟੀ ਸਾਜੀ ਜਾਏ, ਉਹ ਜਿਹੜੀ ਧੁਨ ਸੀ ਕਹਿੰਦੇ ਅਜੇ ਤੱਕ ਆਕਾਸ਼ ਵਿੱਚ ਹੈ। ਸ੍ਰਿਸ਼ਟੀ ਵੱਧ ਰਹੀ ਹੈ, ਵੱਧ ਰਹੀ ਹੈ, ਵੱਧ ਰਹੀ ਹੈ। ਖੰਡ ਬ੍ਰਹਿਮੰਡ ਦੀਪ ਲੋ ਪਤਾਲ ਵੱਧ ਰਹੇ ਹਨ। ਇਸ ਲਈ ਮੂੰਹ ਖੁੱਲ੍ਹਾ ਰੱਖਿਆ, ਬੰਦ ਨਹੀਂ ਹੋ ਗਿਆ, ਚੱਲ ਰਿਹਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹੈ ਸਤਿਗੁਰੂ, ਤੁਹਾਡੇ ਜਿਹੜੇ ਬਚਨ ਨੇ, ਤੁਹਾਡੀ ਜਿਹੜੀ ਬਾਣੀ ਹੈ, ਜਿਹੜੇ ਨਿਰਗੁਣਿਆਰੇ ਲੋਕ ਹਨ, ਜਿਨ੍ਹਾਂ 'ਚ ਕੋਈ ਗੁਣ ਨਹੀਂ, ਨਿਸਤਾਰੇ, ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਹੋ। ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਇੱਕ ਦਿਨ ਪਾਰ ਉਤਾਰਾ ਹੋ ਜਾਏਗਾ। ਮਹਾ ਬਿਖਾਦੇ ਦੁਸ਼ਟ ਅਪਵਾਦੇ ਤੇ ਪੁਨੀਤ ਸੰਗਾਰੇ। ਸੰਗਾਰੇ ਹੁੰਦਾ ਸੰਗਤ ਕਰਕੇ, ਤੇਰੇ ਬਚਨਾਂ ਦੀ, ਤੇਰੀ ਬਾਣੀ ਦੀ ਸੰਗਤ ਕਰਕੇ ਨਾ। ਮਹਾ ਬਿਖਾਦੇ, ਜਿਹੜੇ ਬੜੇ ਹੁੱਲੜ ਮਚਾਉਣ ਵਾਲੇ ਲੋਕ ਸਨ, ਦੁਸ਼ਟ ਸਨ, ਅਪਵਾਦੀ ਝਗੜਾਲੂ ਸਨ, ਤੇ ਪੁਨੀਤ, ਉਹ ਪਵਿੱਤਰ ਹੋ ਗਏ। ਤੇਰੇ ਨਾਮ, ਤੇਰੀ ਬਾਣੀ ਦੀ ਸੰਗਤ ਕਰਕੇ ਨਾ, ਕਹਿੰਦੇ ਉਹ ਪਵਿੱਤਰ ਹੋ ਗਏ। ਜਿਵੇਂ ਨਾਮ ਮਨੁੱਖ ਨੂੰ ਪਵਿੱਤਰ ਕਰਦਾ, ਇਸ ਤਰ੍ਹਾਂ ਗੁਰੂ ਦੇ ਬਚਨ ਵੀ ਮਨੁੱਖ ਨੂੰ ਪਵਿੱਤਰ ਕਰਦੇ। ਜਨਮ ਭਵੰਤੇ ਨਰਕ ਪੜੰਤੇ ਤਿਨ ਕੇ ਕੁਲ ਉਧਾਰੇ। ਇਹਨੂੰ ਕੁਲ ਨਹੀਂ ਪੜਨਾ, ਕੁਲ ਦਲੇ ਦੇ ਪੈਰ 'ਚ ਬਿੰਦੀ, ਖਾਨਦਾਨ। ਜੋ ਜਨਮਾਂ ਦੇ ਵਿੱਚ ਭਟਕ ਰਹੇ ਸਨ, ਭਵੰਤੇ, ਕਦੇ ਕਿਸੇ ਜਨਮ, ਕਦੇ ਕਿਸੇ ਜਨਮ। ਨਰਕ ਪੜੰਤੇ, ਜੋ ਨਰਕਾਂ ਵਿੱਚ ਪਏ ਹੋਏ ਸਨ। ਤਿਨ ਕੇ ਕੁਲ ਉਧਾਰੇ, ਤੇਰੀ ਬਾਣੀ ਨੇ ਉਹਨਾਂ ਦੇ ਖਾਨਦਾਨ ਦੇ ਪਾਰ ਉਤਾਰਾ ਕਰਤਾ। ਕਿਉਂਕਿ ਉਹਨਾਂ ਨਾਮ ਜਪਿਆ, ਉਹਨਾਂ ਵੀ ਤੇਰੀ ਬਾਣੀ ਪੜ੍ਹੀ। ਨਾਮ 'ਚ ਇੰਨੀ ਤਾਕਤ ਹੈ, ਤੁਸੀਂ ਤਾਂ ਤਰੋਗੇ, ਤੁਸੀਂ ਨਾਮ ਦੀ ਤਾਕਤ ਨਾਲ ਹੋਰਾਂ ਨੂੰ ਵੀ ਤਾਰ ਸਕਦੇ ਹੋ। ਰਾਜਾ ਜਨਕ ਦਾ ਹੁੰਦਾ, ਇੱਕ ਵਾਰੀ ਪਰਮਾਤਮਾ ਨੂੰ ਮਿਲਣ ਚਲੇ ਗਏ। ਸਤਯੁਗ ਦੇ ਵਿੱਚ ਜਨਕ 13 ਹੋਏ ਨੇ, ਇਤਿਹਾਸ ਵਿੱਚ 13 ਜਨਕ ਹੋਏ ਹਨ। ਜਿਹੜਾ ਸਤਯੁਗ ਦੇ ਵਿੱਚ ਰਾਜਾ ਜਨਕ ਹੋਇਆ ਹੈ, ਉਹ ਪਰਮਾਤਮਾ ਨੂੰ ਮਿਲਣ ਲਈ ਚੱਲ ਪਿਆ। ਰਸਤੇ 'ਚ ਨਰਕ ਆ ਗਿਆ, ਹਾਹਾਕਾਰ ਮੱਚੀ ਹੋਈ ਹੈ। ਪਾਪੀ ਜੀਵ ਆਤਮਾ ਰੋ ਰਹੀਆਂ ਨੇ, ਵਿਰਲਾਪ ਕਰ ਰਹੀਆਂ, ਪਿੱਟ ਰਹੀਆਂ, ਦੁਖੀ ਰਹੀਆਂ। ਰਾਜਾ ਜਨਕ ਜਦੋਂ ਨਰਕ ਦੇ ਉੱਤੋਂ ਲੰਘ ਰਿਹਾ, ਉਹਨਾਂ ਨੂੰ ਸ਼ਾਂਤੀ ਮਿਲੀ ਜੀਵਨ। ਉਹਨਾਂ ਪਤਾ ਕੀਤਾ ਵੀ ਇਹ ਕੌਣ ਜਾ ਰਿਹਾ ਹੈ। ਕਹਿੰਦੇ ਰਾਜਾ ਜਨਕ ਜਾ ਰਿਹਾ ਹੈ। ਉਹ ਤੇ ਜਨਕ ਦੇ ਦੁਆਲੇ ਹੋ ਗਏ। ਕਹਿੰਦੇ ਤੁਹਾਡੇ ਆਉਣ ਨਾਲ ਸਾਨੂੰ ਬਹੁਤ ਸ਼ਾਂਤੀ ਮਿਲੀ ਹੈ, ਕਿਰਪਾ ਕਰੋ ਸਾਨੂੰ ਇਸ ਨਰਕ 'ਚੋਂ ਕੱਢੋ। ਕਹਿੰਦੇ ਵੀ ਮੈਂ ਨਾ ਧਰਮਰਾਜ ਨੂੰ ਮਿਲਣ ਚੱਲਿਆ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ। ਧਰਮਰਾਜ ਕੋਲੇ ਗਏ। ਧਰਮਰਾਜ ਦੇਖਿਆ ਵੀ ਬ੍ਰਹਮ ਗਿਆਨੀ ਆ ਗਿਆ। ਧਰਮਰਾਜ ਆਪਣੀ ਕੁਰਸੀ ਛੱਡ ਕੇ ਖੜਾ ਹੋ ਗਿਆ, ਕਿਉਂਕਿ ਬ੍ਰਹਮ ਗਿਆਨੀ ਦਾ ਸਤਿਕਾਰ ਬਹੁਤ ਹੁੰਦਾ ਹੈ। ਆਓ ਜੀ ਰਾਜਨ, ਕਿਵੇਂ ਆਏ ਹੋ, ਕੀ ਤੁਹਾਡੀ ਸੇਵਾ ਕਰੀ? ਕਹਿੰਦੇ ਵੀ ਧਰਮਰਾਜ, ਮੈਂ ਆ ਰਿਹਾ ਸੀ ਅੱਗੇ, ਪਰਮਾਤਮਾ ਮਿਲਣ ਜਾ ਰਿਹਾ ਸੀ, ਰਾਜ ਨਰਕ ਆ ਗਿਆ। ਉਹ ਜੀਵ ਬਹੁਤ ਦੁਖੀ ਨੇ, ਤੁਸੀਂ ਇਹਨਾਂ ਨੂੰ ਨਰਕ 'ਚੋਂ ਕੱਢ ਦਿਓ।
ਕਹਿੰਦਾ ਦੇਖੋ ਜੀ, ਉਹਨਾਂ ਨੇ ਪਾਪ ਕੀਤੇ ਨੇ ਮਾਤ ਲੋਕ ਦੇ ਵਿੱਚ, ਉਹਨਾਂ ਨੂੰ ਪਾਪਾਂ ਕਾਰਨ ਸਜ਼ਾ ਮਿਲੀ ਹੋਈ ਹੈ, ਇਸ ਲਈ ਮੈਂ ਕਿਵੇਂ ਕੱਢ ਸਕਦਾ ਹਾਂ। ਕਹਿੰਦੇ ਨਹੀਂ, ਮੈਨੂੰ ਬੜਾ ਤਰਸ ਆ ਗਿਆ, ਕੁਛ ਕਰੋ ਨਾ। ਤੇ ਕਹਿੰਦੇ ਇੱਕ ਗੱਲ ਹੋ ਸਕਦੀ ਹੈ, ਤੁਸੀਂ ਜਿੰਨਾ ਨਾਮ ਦਿਓਗੇ ਨਾ, ਉਹਦੇ ਬਰਾਬਰ ਜਿੰਨੇ ਜੀਵ ਨਰਕ ਚੋਂ ਨਿਕਲ ਸਕੇ ਮੈਂ ਕੱਢ ਦਿਆਂਗਾ। ਰਾਜਾ ਜਨਕ ਨੇ ਕਿਹਾ, ਬੋਲੋ ਕਿੰਨਾ ਨਾਮ ਦੇਵਾਂ? ਕਹਿੰਦੇ ਪਹਿਲਾਂ ਤੁਸੀਂ ਇੱਕ ਘੜੀ ਦਾ ਨਾਮ ਦਿਓ, 24 ਮਿੰਟ ਦਾ। ਵੱਡਾ ਸਾਰਾ ਤੱਕੜ ਮੰਗਾ ਲਿਆ ਗਿਆ ਹੈ। ਇੱਕ ਪਾਸੇ ਰਾਜਾ ਜਨਕ ਨੇ ਜੋ ਨਾਮ ਦਿੱਤਾ ਨਾ, ਉਹ ਰੱਖ ਲਿਆ। ਦੂਜੇ ਪਾਸੇ ਜਿਹੜੀਆਂ ਰੂਹਾਂ ਸਨ ਨਰਕ ਦੀਆਂ, ਤੱਕੜੀ ਚੜਾਉਣੀ ਸ਼ੁਰੂ ਕਰਤੀ। ਸਾਰਾ ਨਰਕ ਖਾਲੀ ਹੋ ਗਿਆ ਹੈ, ਸਭ ਸਵਰਗਾਂ ਨੂੰ ਚਲੇ ਗਏ। ਦੇਖੋ, ਏਕ ਘੜੀ ਕੇ ਸਿਮਰ ਨੇ, ਭਾਈ ਗੁਰਦਾਸ ਜੀ ਕਹਿੰਦੇ, ਪਾਪੀ ਤਰੇ ਅਨੇਕ। ਇਹ ਇੰਨੀ ਸ਼ਕਤੀ ਨਾਮ ਦੇ ਵਿੱਚ ਹੈ। ਫਿਰ ਪਰਮਾਤਮਾ ਨੇ ਦੇਖਿਆ, ਐ ਤਾਂ ਕੋਈ ਨਾ ਕੋਈ ਭਗਤ ਲੰਘੀ ਜਾਏਗਾ, ਇਹ ਤਾਂ ਫਿਰ ਪਾਪਾਂ ਦੀ ਸਜ਼ਾ ਤੋਂ ਬਚ ਜਾਣਗੇ। ਹੁਣ ਕਿਸੇ ਵੀ ਬ੍ਰਹਮ ਗਿਆਨੀ ਨੂੰ ਨਰਕਾਂ ਤੋਂ ਪਰਮਾਤਮਾ ਨਹੀਂ ਲੰਘਣ ਦਿੰਦਾ, ਰਾਹ ਹੀ ਅੱਡ ਕਰਤਾ। ਵੀ ਇਹ ਦਿਆਲੂ ਹੁੰਦੇ ਨੇ, ਇਹਨਾਂ ਨੂੰ ਫਿਰ ਦਇਆ ਆ ਜਾਣੀ। ਹੁਣ ਸਿੱਧੇ ਹੀ ਜਾਂਦੇ ਸੱਚ ਕਰਨ ਨੂੰ, ਬਸ ਕਿਤੇ ਰਾਹ ਰੂਚ ਨਹੀਂ ਰੁਕਦੇ ਹੈਗੇ। ਸੋ ਨਾਮ ਦੇ ਵਿੱਚ ਇੰਨੀ ਤਾਕਤ ਹੈ, ਇਸ ਲਈ ਜਿੰਨਾ ਵੀ ਸਮਾਂ ਮਿਲੇ ਨਾਮ ਜਪੋ। ਇੱਕ ਜੀਵ ਹੀ ਬਹੁਤ ਹੈ ਘਰ 'ਚ ਨਾਮ ਜਪਣ ਵਾਲਾ, ਸਾਰੇ ਪਰਿਵਾਰ ਦਾ ਭਲਾ ਹੋ ਜਾਂਦਾ। ਕਿਉਂਕਿ ਮੰਨ ਲਓ ਪਰਿਵਾਰ 'ਚ ਕੋਈ ਦੁਖੀ ਹੈ, ਕੋਈ ਦੁੱਖ ਆ ਗਿਆ ਹੈ, ਜਿਹੜਾ ਨਾਮ ਜਪ ਰਿਹਾ ਉਹ ਵੀ ਪਰਮਾਤਮਾ, ਉਹ ਵੀ ਮੈਂਬਰ ਹੈ ਪਰਿਵਾਰ ਦਾ। ਉਹ ਕਿਵੇਂ ਚਾਹੁੰਦਾ ਹੈ ਕਿ ਮੇਰਾ ਭੈਣ ਭਰਾ, ਮਾਂ ਪਿਓ, ਧੀ ਪੁੱਤ ਦੁੱਖ ਭੋਗਦਾ ਰਹੇ? ਉਹ ਜ਼ਰੂਰ ਅਰਦਾਸ ਕਰੇਗਾ। ਉਹਦੇ ਕੋਲ ਨਾਮ ਸ਼ਕਤੀ ਹੈ, ਉਹਦੀ ਅਰਦਾਸ ਨਾਲ ਉਹਨੂੰ ਸੁੱਖ ਪਹੁੰਚਣਾ ਹੈ। ਇਸ ਕਰਕੇ ਜੇ ਇੱਕ ਵੀ ਬੰਦਾ ਭਜਨ ਬੰਦਗੀ ਕਰਨਾ ਘਰ 'ਚ ਤਾਂ ਵੀ ਬਹੁਤ ਹੈ, ਉਹ ਵੱਡੇ ਭਾਗਾਂ ਵਾਲਾ ਘਰ ਹੈ। ਅਤੇ ਜਿੱਥੇ ਕਿਤੇ ਸਾਰੇ ਹੀ ਹੋਣ, ਉਹਨਾਂ ਦਾ ਕਹਿਣਾ ਹੀ ਕੀ ਹੈ, ਉਹ ਤਾਂ ਘਰ ਸਵਰਗ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਕੋਏ ਨਾ ਜਾਣੈ ਕੋਏ ਨਾ ਮਾਨੈ, ਸੇ ਪ੍ਰਗਟ ਹਰਿ ਦੁਆਰੇ। ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਜਿਨ੍ਹਾਂ ਦੀ ਕੋਈ ਮਾਨਤਾ ਨਹੀਂ ਸੀ, ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਪ੍ਰਸਿੱਧ ਹੋ ਗਏ। ਕਿਉਂ? ਸਤਿਗੁਰ ਬਚਨ ਤੁਮਾਰੇ। ਇਹ ਸਤਿਗੁਰੂ ਤੁਹਾਡੇ ਬਚਨਾਂ ਨੇ ਉਹਨਾਂ ਨੂੰ ਪਾਰ ਉਤਾਰਾ ਕਰਤਾ। ਕਵਨ ਉਪਮਾ ਦਿਉ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਹੇ ਪਰਮਾਤਮਾ, ਹੇ ਗੁਰੂ ਮਹਾਰਾਜ, ਤੁਹਾਡੀ ਮੈਂ ਕੀ ਉਪਮਾ ਕਰਾਂ, ਤੁਹਾਡੀ ਮੈਂ ਕੀ ਵਡਿਆਈ ਕਰਾਂ? ਮੈਂ ਤਾਂ ਹਰ ਪਲ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ। ਖਿਨ ਖਿਨ ਵਾਰੇ, ਬਲਿਹਾਰ ਜਾਂਦਾ। ਆਸਾ ਮਹਿਲਾ ਪੰਜਵਾਂ। ਬਾਵਰ ਸੋਏ ਰਹੇ। ਬਾਵਰ ਕਮਲੇ ਨੂੰ ਕਹਿੰਦੇ, ਜਿਹੜੇ ਕਮਲੇ ਨੇ ਸੁੱਤੇ ਰਹਿੰਦੇ। ਇੱਥੇ ਸੁੱਤੇ ਰਹਿਣ ਤੋਂ ਜਿਵੇਂ ਆਪਾਂ ਰਾਤ ਨੂੰ ਸੌਂਦੇ, ਉਹ ਨਹੀਂ ਭਾਵ ਹੈ। ਉਹ ਤਾਂ ਸਰੀਰ ਦੀ ਲੋੜ ਹੈ, ਰੈਸਟ ਕਰਨਾ ਸਰੀਰ ਦੀ ਲੋੜ ਹੈ। ਮਾਇਆ ਦੇ ਮੋਹ 'ਚ ਰਹਿਣਾ, ਇਹ ਸੁੱਤੇ ਰਹਿਣਾ ਹੈ। ਪਰਮਾਤਮਾ ਵੱਲੋਂ ਗਾਫਲ ਹੋਣਾ, ਇਹ ਸੁੱਤੇ ਰਹਿਣਾ ਹੈ। ਪਰਮਾਤਮਾ ਦੀ ਭਜਨ ਬੰਦਗੀ ਨਾ ਕਰਨਾ, ਇਹ ਸੁੱਤੇ ਰਹਿਣਾ ਹੈ। ਜਿਹੜੇ ਕਹਿੰਦੇ ਪਾਗਲ ਨੇ, ਕਮਲੇ ਨੇ, ਉਹ ਸੁੱਤੇ ਰਹਿੰਦੇ। ਮੋਹ ਕੁਟੰਬ ਬਿਖੈ ਰਸ ਮਾਤੇ, ਮਿਥਿਆ ਗਹਿਨ ਕਹੇ। ਉਹ ਪਰਿਵਾਰ ਦੇ ਮੋਹ ਵਿੱਚ, ਵਿਸ਼ੇ ਵਿਕਾਰਾਂ ਦੇ ਰਸ ਵਿੱਚ ਮਾਤੇ ਮਸਤ ਨੇ। ਮਿਥਿਆ ਗਹਿਨ ਗਹੇ, ਉਹ ਜਿਨ੍ਹਾਂ ਪਦਾਰਥਾਂ ਨੂੰ ਫੜੀ ਫਿਰਦੇ ਹਨ, ਉਹ ਤਾਂ ਮਿਥਿਆ ਨੇ, ਉਹ ਤਾਂ ਨਾਸ਼ਵਾਨ ਹਨ। ਉਹ ਨਾਸ਼ਵਾਨ ਪਦਾਰਥਾਂ ਨੂੰ ਜੱਫਾ ਪਾਈ ਫਿਰਦੇ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਨ ਮੁਖ ਸਤ ਕਹੇ। ਮਿਥਨ ਝੂਠਾ,
ਜਿਹੜਾ ਵਸਤੂਆਂ ਦੀ ਪ੍ਰਾਪਤੀ ਦਾ ਮਨੋਰਥ ਹੈ, ਇਹ ਤਾਂ ਝੂਠਾ ਹੈ। ਇਹ ਤਾਂ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨੇ 'ਚ ਕੋਈ ਬਹੁਤ ਆਨੰਦ ਮਿਲਿਆ, ਉਲਾਸ, ਖੇੜਾ ਮਿਲਿਆ, ਖੁਸ਼ੀ ਮਿਲੀ ਹੈ। ਪਰ ਮਨ ਜਿਹੜਾ ਬਾਬਰ ਹੈ, ਕਮਲਾ ਹੈ, ਇਹ ਮਨ ਅਤੇ ਮੁੱਖ ਨਾਲ ਇਹਨੂੰ ਸੱਚ ਕਹਿੰਦਾ ਹੈ ਵੀ ਇਹ ਜੋ ਮੈਨੂੰ ਦਿਸ ਰਿਹਾ ਇਹ ਸੱਚ ਹੈ। ਸੁਪਨਾ ਸੁਪਨੇ ਦੇ ਵਿੱਚ ਵਾਕਈ ਸੱਚ ਲੱਗਦਾ ਹੈ। ਇਹ ਤਾਂ ਜਦੋਂ ਸਾਡਾ ਸੁਪਨਾ ਟੁੱਟਦਾ ਫਿਰ ਸਾਨੂੰ ਪਤਾ ਲੱਗਦਾ ਅਸੀਂ ਸੁਪਨੇ 'ਚ ਸੀ। ਸੋ ਉਹ ਮਨ ਨਾਲ, ਮੁੱਖ ਨਾਲ ਇਸ ਨੂੰ ਸੱਤ ਮੰਨਦਾ ਹੈ। ਹੈਗਾ ਸਭ ਕੁਝ ਮਿਥਨ, ਹੈਗਾ ਸਾਰਾ ਕੁਝ ਨਾਸ਼ਵਾਨ, ਹੈਗਾ ਸਾਰਾ ਕੁਝ ਸੁਪਨੇ ਦੀ ਤਰ੍ਹਾਂ। ਅੰਮ੍ਰਿਤ ਨਾਮ ਪਦਾਰਥ ਸੰਗੇ, ਤਿਲ ਮਰਮ ਨਾ ਲਹੇ। ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ ਉਹ ਤਾਂ ਸਦਾ ਨਾਲ ਹੈ। ਤਿਲ ਮਰਮ ਨਾ ਲਹੇ। ਮਰਮ ਹੁੰਦਾ ਭੇਦ। ਉਹ ਰਤੀ ਭਰ ਵੀ ਇਸ ਦੇ ਭੇਦ ਨੂੰ ਨਹੀਂ ਜਾਣਦਾ ਕਿ ਪਰਮਾਤਮਾ ਨਾਮ ਤੇ ਮੇਰੇ ਨਾਲ ਹੈ, ਮੈਨੂੰ ਜਪਣਾ ਹੈ। ਕਿਉਂਕਿ ਜਦੋਂ ਪਰਮਾਤਮਾ ਸਾਡੇ ਨਾਲ ਹੈ ਤਾਂ ਪਰਮਾਤਮਾ ਨਾਮ ਵੀ ਫਿਰ ਸਾਡੇ ਨਾਲ ਹੈ। ਤਿਲ ਰਤੀ ਭਰ ਵੀ ਉਹਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਭੇਦ ਨਹੀਂ ਹੈ। ਕਰ ਕਿਰਪਾ ਰਾਖੇ ਸਤ ਸੰਗੇ, ਨਾਨਕ ਸ਼ਰਨ ਆਹੇ। ਆਹੇ ਮੈਨੇ ਚਾਹੁੰਦਾ ਹੈ। ਹੇ ਪਰਮਾਤਮਾ, ਕਿਰਪਾ ਕਰਕੇ ਤੁਸੀਂ ਜੀਵਾਂ ਨੂੰ ਸਤ ਸੰਗ 'ਚ ਰੱਖੋ। ਨਾਨਕ ਤੁਹਾਡੀ ਸ਼ਰਨ ਚਾਹੁੰਦਾ ਹੈ ਵੀ ਮੈਨੂੰ ਆਪਣੀ ਸ਼ਰਨ 'ਚ ਰੱਖੋ, ਮੈਨੂੰ ਸਤ ਸੰਗ ਦੇ ਵਿੱਚ ਰੱਖੋ। ਆਸਾ ਮਹਿਲਾ ਪੰਜਵਾਂ ਤਿਪਦੇ। ਓਹਾ ਪ੍ਰੇਮ ਪਿਰੀ ਰਹਾਓ। ਕਣਕ ਮਾਨਕ ਗਜ ਮੋਤੀਅਨ, ਲਾਲਨ ਨ ਨਹੀਂ। ਕਹਿੰਦੇ ਮੈਨੂੰ ਤੇ ਪ੍ਰਭੂ ਪਤੀ ਦਾ ਪਿਆਰ ਚਾਹੀਦਾ। ਓਹਾ ਪ੍ਰੇਮ ਪਿਰੀ, ਪਿਰੀ ਪਿਆਰੇ ਦਾ, ਮੈਨੂੰ ਤਾਂ ਪਿਆਰੇ ਦਾ ਪਿਆਰ ਚਾਹੀਦਾ ਹੈ। ਕਣਕ ਸੋਨਾ, ਮਾਣਿਕ ਮੋਤੀ, ਗਾਜ ਮੋਤੀਅਨ ਵੱਡੇ ਵੱਡੇ ਮੋਤੀ, ਲਾਲਣ ਲਾਲ ਨ ਨਹੀਂ। ਇਹ ਨਹੀਂ ਮੈਨੂੰ ਚਾਹੀਦੇ। ਕਦੇ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਮੋਤੀ ਨਹੀਂ ਚਾਹੀਦੇ, ਮੈਨੂੰ ਵੱਡੇ ਵੱਡੇ ਮੋਤੀ ਨਹੀਂ ਚਾਹੀਦੇ, ਮੈਨੂੰ ਲਾਲ ਨਹੀਂ ਚਾਹੀਦੇ, ਮੈਨੂੰ ਕੁਛ ਨਹੀਂ ਚਾਹੀਦਾ। ਬਸ ਓਹਾ ਪ੍ਰੇਮ ਪਿਰੀ, ਮੈਨੂੰ ਤਾਂ ਤੇਰਾ ਪਿਆਰ ਚਾਹੀਦਾ ਹੈ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਛ ਕਿਛ ਨਾ ਚਾਹੀ। ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਭਾਗ ਧਨ ਦੌਲਤ ਨਹੀਂ ਚਾਹੀਦਾ, ਹੁਕਮ ਮੈਨੂੰ ਹਕੂਮਤ ਨਹੀਂ ਚਾਹੀਦੀ, ਸਾਧਨ ਮੈਨੂੰ ਜੀਵ ਦੇ ਸਵਾਦ ਨਹੀਂ ਚਾਹੀਦੇ, ਕਿਛ ਕਿਛ ਨਾ ਚਾਹੀ। ਮੈਨੂੰ ਇਸ 'ਚ ਕੁਝ ਨਹੀਂ ਚਾਹੀਦਾ। ਮੈਨੂੰ ਕੀ ਚਾਹੀਦਾ? ਕਹਿੰਦੇ ਚਰਨਨ ਸ਼ਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ। ਮੈਨੂੰ ਤੇ ਸੰਤਾਂ ਦੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਉਹਨਾਂ ਦੇ ਚਰਨਾਂ 'ਤੇ ਮੈਂ ਬੰਧਨ ਨਮਸਕਾਰ ਕਰਦਾ ਰਹਾਂ। ਮੈਨੂੰ ਤੇ ਆ ਚਾਹੀਦਾ। ਮੈਨੂੰ ਤੇ ਸੰਤਾਂ ਦੀ ਸ਼ਰਨ ਚਾਹੀਦੀ। ਮੈਂ ਉਹਨਾਂ ਦੇ ਚਰਨਾਂ 'ਤੇ ਹਮੇਸ਼ਾ ਨਮਸਕਾਰ ਦਾ ਕਰਦਾ ਰਹਾਂ। ਮੈਨੂੰ ਇਹ ਚਾਹੀਦਾ ਹੈ। ਸੁਖੋ ਸੁਖ ਪਾਹੀ, ਇਸੇ 'ਚ ਮੈਨੂੰ ਸੁਖ ਪ੍ਰਾਪਤ ਹੋਏਗਾ। ਇੱਕ ਭਗਤ ਦੇ ਵਿਚਾਰ ਮੰਗ ਤੇ ਸਾਡੀ ਮੰਗ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਦੇਖੋ, ਜ਼ਮੀਨ ਅਸਮਾਨ ਦਾ ਫਰਕ ਹੈ। ਇੱਥੇ ਰਾਜ ਪ੍ਰਾਪਤ ਕਰਨ ਲਈ ਪਹਿਲੇ ਦੇ ਰਾਜ ਨੂੰ ਢਾਹਿਆ ਜਾਂਦਾ ਹੈ। ਮਹਾਰਾਸ਼ਟਰ ਲੱਗੇ ਨਾ ਡੇਗਣ, ਜ਼ੋਰ ਤੇ ਇੱਥੇ ਬੜਾ ਲਾ ਰਿਹਾ ਪੰਜਾਬ 'ਚ, ਤਰਲੋ ਮੱਛੀ ਹੋ ਰਹੇ ਨੇ ਬਈ ਜੇ ਭਗਵੰਤ ਮਾਨ ਦਾ ਰਾਜ ਰਹਿ ਗਿਆ ਇਹਨੇ ਸਾਡੇ ਵੱਟ ਕੱਢ ਦੇਣੇ, ਸਭ ਫੜ ਪੁੱਲਣੇ ਨੂੰ। ਸਾਨੂੰ ਕਰਪਟ ਜਿਹੜੇ ਲੋਕ ਇਹਨਾਂ ਨੂੰ ਡਰ ਹੈ ਕਦੋਂ ਇਹਦੀ ਸਰਕਾਰ ਟੁੱਟੇ, ਸਾਨੂੰ ਸੁੱਖ ਦਾ ਸਾਹ ਹੈ। ਹੋਰ ਵਿਚਾਰਾ ਕੰਮ ਤਾਂ ਠੀਕ ਹੀ ਕਰ ਰਿਹਾ। ਲੋਕ ਕਾਲੇ ਪੈ ਗਏ।
5 ਸਾਲ 'ਚ ਜੋ ਸਰਕਾਰ ਨੇ ਕਰਨਾ, ਲੋਕ ਕਹਿੰਦੇ ਪਹਿਲੇ ਦਿਨ ਹੀ ਕਰ ਦਿਓ। ਉਹਨਾਂ ਨੇ ਇਹ ਨਹੀਂ ਕਿਹਾ ਨਾ, ਹਰ ਕੰਮ ਨੂੰ ਸਮਾਂ ਲੱਗਦਾ ਹੈ। ਕੋਈ ਝੁਰਲੂ ਨਹੀਂ ਕਿਸੇ ਕੋਲੇ ਮਦਾਰੀ ਵਾਂਗੂ ਕਿ ਫੇਰ ਦੇਗਾ ਕੋਈ ਹੋਰ। ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਮਨੁੱਖ ਕਾਹਲਾ ਪੈ ਜਾਂਦਾ ਹੈ, ਕਾਹਲਾ ਪੈ ਕੇ ਕਹਿੰਦਾ ਨਹੀਂ ਨਹੀਂ ਇਹ ਸਰਕਾਰ ਚੰਗੀ ਨਹੀਂ ਹੈ, ਇਹ ਹੈ ਉਹ ਹੈ। ਚੰਗੀ ਤਾਂ 5 ਸਾਲਾਂ ਬਾਅਦ ਲੱਗੇ, ਨਹੀਂ ਚੰਗੀ ਬਦਲ ਦਿਓ, ਫਿਰ ਇਸ ਕਿਹੜੀ ਗੱਲ ਹੈ। ਉਹ ਤਾਂ ਆਪ ਹੀ ਕਹਿੰਦੇ ਸੀ ਬਈ ਜੇ ਭਾਈ ਅਸੀਂ ਕੰਮ ਨਾ ਕੀਤੇ ਬੜੀ ਖੁਸ਼ੀ ਨਾਲ ਸਾਨੂੰ ਬਦਲ ਦਿਓ। ਉਹ ਨਾ ਵੀ ਕਹਿਣ ਸਾਨੂੰ ਬਦਲ ਦੇ, ਲੋਕਾਂ ਨੇ ਫਿਰ ਵੀ ਬਦਲ ਦੇਣਾ ਹੁੰਦਾ, ਨਹੀਂ ਕਰਨਗੇ ਤਾਂ ਬਦਲ ਹੀ ਦੇਣਾ ਅਗਲੇ ਨੇ। ਸੋ ਜ਼ਿੰਦਗੀ 'ਚ ਕਾਹਲੇ ਨਹੀਂ ਪਈਦੇ ਹੁੰਦੇ, ਹਰ ਚੀਜ਼ ਨੂੰ ਸਮਾਂ ਲੱਗਿਆ ਕਰਦਾ ਹੈ। ਨਾਨਕ ਕਹਿੰਦੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ। ਜਦੋਂ ਮੇਰਾ ਪਿਆਰਾ ਪਰਮਾਤਮਾ ਮੈਨੂੰ ਮਿਲ ਪਿਆ, ਮੇਰੇ ਮਨ ਦੀ ਜਿਹੜੀ ਤਪਤ ਹਰੀ ਹੁੰਦਾ ਦੂਰ ਹੋ ਗਈ, ਮੇਰੇ ਮਨ ਦੀ ਅਸ਼ਾਂਤੀ ਦੂਰ ਹੋ ਗਈ, ਕਿਉਂਕਿ ਪਰਮਾਤਮਾ ਹੀ ਮਿਲ ਪਿਆ ਹੈ। ਆਸਾ ਮਹਿਲਾ ਪੰਜਵਾਂ। ਗੁਰੈ ਦਿਖਾਇਓ ਲੋਇਨਾ, ਈਤੈ ਊਤੈ ਘਟ 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 ਘਟ, ਤੂੰ ਹੀ ਮੋਹਨ। ਗੁਰੈ ਗੁਰੂ ਨੇ, ਲੋਇਨਾ ਅੱਖਾਂ ਨਾਲ, ਮੈਨੂੰ ਗੁਰੂ ਨੇ ਅੱਖਾਂ ਨਾਲ ਵਿਖਾ ਦਿੱਤਾ ਹੈ। ਕੀ ਦੇਖਿਆ? ਈਤਹਿ ਇੱਥੇ, ਊਤਹਿ ਉੱਥੇ, ਘਟ 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 ਘਟ, ਹਰ ਸਰੀਰ ਦੇ ਵਿੱਚ ਤੂੰ ਹੀ ਮੋਹਨ। ਹੇ ਮੇਰੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ, ਤੂੰ ਹੀ ਹੈ ਸਾਰਿਆਂ ਦੇ ਵਿੱਚ। ਗੁਰੂ ਨੇ ਮੈਨੂੰ ਅੱਖਾਂ ਨਾਲ ਵਿਖਾ ਦਿੱਤਾ, ਵਿਆਹ ਦੇਖ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਕਾਰਨ ਕਰਨਾ ਧਾਰਨ ਧਰਨਾ, ਏਕੈ ਸੋਹਣ। ਉਹ ਸੋਹਣਾ ਪ੍ਰਭੂ ਕਾਰਨ ਕਰਨਾ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਧਾਰਨ ਧਰਨਾ, ਧਰਨਾ ਨੂੰ ਧਾਰਨ ਕਰਨ ਵਾਲਾ ਹੈ, ਧਰਤੀ ਨੂੰ ਆਸਰਾ ਦੇਣ ਵਾਲਾ ਹੈ। ਏਕੈ ਉਹ ਇੱਕੋ ਇੱਕ ਹੀ ਹੈ, ਉਹ ਬੜਾ ਸੋਹਣਾ ਸੁੰਦਰ ਹੈ। ਸੰਤਨ ਪਰਸਨ ਬਲਿਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਇਨਾ। ਜਦੋਂ ਮੈਂ ਸੰਤਾਂ ਦੇ ਚਰਨਾਂ ਨੂੰ ਪਰਸਦਾ ਹਾਂ, ਉਹਨਾਂ ਦੇ ਦਰਸ਼ਨ ਕਰਕੇ ਬਲਿਹਾਰ ਜਾਂਦਾ ਹਾਂ, ਨਾਨਕ ਸੁਖ ਸੁਖ ਸੋਇਨਾ। ਫਿਰ ਮੈਂ ਹੁਣ ਸੁਖੀ ਸੌਂਦਾ ਹਾਂ, ਹੁਣ ਮੈਂ ਸੁੱਖ ਨਾਲ ਸੌਂਦਾ ਪਾ, ਮੇਰੀ ਜ਼ਿੰਦਗੀ ਸੁੱਖ ਵਿੱਚ ਬੀਤ ਰਹੀ ਹੈ, ਕਿਉਂਕਿ ਪਰਮਾਤਮਾ ਦੇ ਦਰਸ਼ਨ ਹੋ ਗਏ ਨੇ। ਸੰਤਾਂ ਦੇ ਮੈਂ ਚਰਨ ਪਰਸਦਾ ਰਹਿਣਾ, ਸੰਤਾਂ ਦੇ ਮੈਂ ਦਰਸ਼ਨ ਕਰਦਾ ਰਹਿਣਾ ਹਾਂ, ਹੁਣ ਮੇਰੀ ਜ਼ਿੰਦਗੀ ਸੁੱਖ ਨਾਲ ਬੀਤਦੀ ਹੈ। ਆਸਾ ਮਹਿਲਾ ਪੰਜਵਾਂ। ਹਰ ਹਰ ਨਾਮ ਅਮੋਲਾ, ਹਰੀ ਦਾ ਨਾਮ ਅਮੋਲਕ ਹੈ। ਇਹਨੂੰ ਅਮੁੱਲ ਵੀ ਬੜੀ ਲਿਖਿਆ, ਅਮੁੱਲ ਗੁਣ ਅਮੁੱਲ ਵਪਾਰ ਸਭ ਅਮੋਲਕ ਹੈ, ਕਿਉਂਕਿ ਜਿਹੜਾ ਨਾਮ ਹੈ ਕਿਸੇ ਕੀਮਤ 'ਤੇ ਖਰੀਦਿਆ ਨਹੀਂ ਜਾ ਸਕਦਾ, ਇਹ ਅਮੋਲਕ ਹੈ। ਗੁਰ ਮੰਤਰ ਇੰਨਾ ਅਮੋਲਕ ਨਹੀਂ, ਉਹ ਤਾਂ ਮਿਲ ਜਾਂਦਾ ਹੈ। ਗੁਰ ਮੰਤਰ ਦਾ ਜਾਪ ਕਰ ਕਰ ਕਰਕੇ ਜਿੱਥੇ ਅਸੀਂ ਪਹੁੰਚਣਾ ਉਹਨੂੰ ਕਹਿੰਦੇ ਨਾਮ, ਉਸ ਅਵਸਥਾ ਨੂੰ ਨਾਮ ਕਹਿੰਦੇ ਨੇ। ਇਸ ਲਈ ਪਰਮਾਤਮਾ ਦਾ ਨਾਮ ਅਮੋਲਕ ਹੈ, ਉਹ ਸਹਿਜ ਸੁਹੇਲਾ। ਅਤੇ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੁੰਦਾ ਨਾ, ਉਹ ਤਾਂ ਸਹਿਜ ਅਵਸਥਾ 'ਚ ਰਹਿੰਦਾ, ਸੁਹੇਲਾ ਸੁਖੀ ਰਹਿੰਦਾ, ਕਿਉਂਕਿ ਨਾਮ ਜਪ ਜੋ ਕਿ ਸਹਿਜ ਅਵਸਥਾ ਪੈਦਾ ਹੁੰਦੀ। ਖੁਸ਼ੀ ਆਓ, ਗਮੀ ਆਓ, ਦੁੱਖ ਆਓ, ਸੁੱਖ ਆਓ, ਅਮੀਰੀ ਆਓ, ਗਰੀਬੀ ਆਓ, ਵਡਿਆਈ ਹੋ, ਨਿੰਦਿਆ ਹੋ, ਉਹ ਸਹਿਜ ਅਵਸਥਾ 'ਚ ਰਹਿੰਦਾ। ਇਸੇ ਜਿਹੜਾ ਸਹਿਜ ਅਵਸਥਾ 'ਚ ਰਹਿੰਦਾ ਉਹ ਸੁਹੇਲਾ ਹੈ, ਉਹ ਸੁਖੀ ਹੁੰਦਾ। ਰਹਾਓ ਸੰਗ ਸਹਾਈ ਛੋੜ ਨਾ ਜਾਈ, ਉਹ ਅਗੈ ਅਤੁਲ। ਪਰਮਾਤਮਾ ਅਗੈ ਹੈ, ਗੈ ਹੁੰਦਾ ਪਕੜਨਾ, ਉਹ ਸਾਡੀ ਪਕੜ 'ਚ ਨਹੀਂ ਹੁੰਦਾ। ਅਤੋਲਾ, ਉਹਨੂੰ ਤੋਲਿਆ ਨਹੀਂ ਜਾ ਸਕਦਾ ਹੈ। ਉਹ ਤੇ ਸੰਗ ਹੈ ਸਾਡੇ, ਉਹ ਤੇ ਸਾਡੇ ਨਾਲ ਹੈ। ਸਹਾਈ ਹੈ, ਉਹ ਸਾਡੀ ਸਹਾਇਤਾ ਕਰਨ ਵਾਲਾ ਹੈ। ਛੋੜ ਨਾ ਜਾਈ, ਉਹ ਸਾਡੇ ਛੱਡ ਕੇ ਨਹੀਂ ਜਾਂਦਾ।
ਇਹ ਮਨੁੱਖੀ ਹਉਮੈ 'ਚ ਆ ਕੇ ਪਰਮਾਤਮਾ ਨੂੰ ਛੱਡ ਦਿੰਦਾ ਹੈ। ਕਿਉਂਕਿ ਜੇ ਤੇ ਪਰਮਾਤਮਾ ਬੰਦੇ ਦੀ ਬਾਂਹ ਫੜ ਲਏ ਫਿਰ ਨਹੀਂ ਬੰਦਾ ਛੁਡਾ ਸਕਦਾ। ਬੰਦੇ ਨੇ ਪਰਮਾਤਮਾ ਦੀ ਬਾਂਹ ਫੜੀ ਹੈ, ਜਦੋਂ ਸੰਸਾਰ ਦੀ ਝਿਲਮਿਲ ਵੇਖਦਾ ਹੈ ਉਹ ਜੇ ਉਧਰ ਨੂੰ ਧਿਆਨ ਦੇ ਰੱਬ ਦੀ ਬਾਂਹ ਛੱਡ ਦਿੰਦਾ, ਚੱਲ ਜੀ ਗਿਆ। 10ਵੀਂ 11ਵੀਂ ਇੱਕ ਕਹਾਣੀ ਹੁੰਦੀ ਸੀ, ਦਾ ਲੋਸਟ ਚਾਈਲਡ, ਗੁਆਚਿਆ ਹੋਇਆ ਬੱਚਾ। ਬੱਚਾ ਆਪਣੇ ਪਿਤਾ ਦੇ ਨਾਲ ਮੇਲਾ ਵੇਖਣ ਜਾਂਦਾ ਹੈ, ਕਹਿੰਦਾ ਮੈਨੂੰ ਭਵੀਰੀ ਲੈ ਦਿਓ, ਆ ਮੈਨੂੰ ਤਿਤਲੀ ਲੈ ਦਿਓ, ਆ ਮੈਨੂੰ ਮਠਿਆਈ ਲੈ ਦਿਓ। ਬਾਪ ਕਹਿੰਦਾ ਅੱਗੇ ਵਧੀਆ ਨੇ, ਅੱਗੇ ਲੈ ਕੇ ਦੇਵਾਂਗੇ। ਐਂ ਹੀ ਕਰੀ ਅੱਗੇ ਅੱਗੇ ਉਹਨੂੰ ਲਈ ਜਾਂਦਾ ਹੈ। ਬੱਚੇ ਨੇ ਬਾਪ ਦੀ ਉਂਗਲੀ ਫੜੀ ਹੋਈ ਹੈ, ਜੇ ਬਾਪ ਸਿਆਣਦਾ ਬੱਚੇ ਦਾ ਹੱਥ ਫੜ ਲੈਂਦਾ। ਕਿਤੇ ਰੰਗ ਤਮਾਸ਼ਾ ਹੋ ਰਿਹਾ ਸੀ, ਬੱਚੇ ਨੇ ਬਾਪ ਦੀ ਬਾਂਹ ਛੱਡਤੀ ਹੈ। ਬਾਪ ਵੀ ਉਸ ਰੰਗ ਤਮਾਸ਼ੇ ਨੂੰ ਵੇਖਣ ਲੱਗ ਪਿਆ ਹੈ। ਬਾਪ ਅੱਗੇ ਤੁਰ ਗਿਆ ਹੈ, ਉਹਨੂੰ ਯਾਦ ਹੀ ਨਹੀਂ ਕਿ ਬੱਚੇ ਨੇ ਮੇਰੀ ਬਾਂਹ ਛੱਡਤੀ ਹੈ। ਬੱਚਾ ਕਿਤੇ ਪਿੱਛੇ ਰਹਿ ਗਿਆ, ਬੱਚਾ ਗੁਆਚ ਗਿਆ ਹੈ, ਬਾਪ ਤੋਂ ਵਿਛੜ ਗਿਆ ਹੈ। ਕਿ ਉਹ ਰੋਣਾ ਸ਼ੁਰੂ ਕਰਤਾ ਬੱਚੇ ਨੂੰ। ਕਿਸੇ ਬੰਦੇ ਨੇ ਉਹਨੂੰ ਪੁੱਛਿਆ, ਕਾਕਾ ਤੂੰ ਰੋਂਦਾ ਕਿਉਂ ਹੈ? ਕਹਿੰਦਾ ਮੈਂ ਬਾਪੂ ਤੋਂ ਵਿਛੜ ਗਿਆ ਹਾਂ। ਕਹਿੰਦੇ ਅੱਛਾ, ਮੈਂ ਤੈਨੂੰ ਆਪਣੇ ਮੋਢੇ 'ਤੇ ਚੱਕ ਲੈਣਾ, ਠੀਕ ਹੈ? ਜੇ ਤੈਨੂੰ ਆਪਣਾ ਮੈਂ ਸਾਰੇ ਮੇਲੇ 'ਚ ਤੈਨੂੰ ਘੁਮਾਵਾਂਗਾ, ਜਿੱਥੇ ਤੈਨੂੰ ਬਾਪੂ ਦਿਸਿਆ ਮੈਨੂੰ ਦੱਸ ਦੇ, ਮੈਂ ਉਹਦੇ ਕੋਲ ਲੈ ਜਾਵਾਂ। ਜਾਂ ਤੇਰਾ ਬਾਪ ਵੀ ਅਚਾਨਕ ਤੈਨੂੰ ਵੇਖ ਸਕਦਾ, ਮੁੜ ਚੱਕ ਲਓ। ਉਹਨੇ ਬੱਚੇ ਨੂੰ ਚੁੱਪ ਕਰਾਉਣ ਲਈ ਕਹਿੰਦੇ ਕਾਕਾ ਲੈ ਮਠਿਆਈ ਖਾ ਲੈ। ਕਹਿੰਦਾ ਨਾ, ਜਦੋਂ ਬਾਪ ਦੇ ਨਾਲ ਹੈ ਮਠਿਆਈ ਚੰਗੀ ਲੱਗਦੀ ਹੈ। ਬੱਚਾ ਕਹਿੰਦਾ ਮੈਂ ਮਠਿਆਈ ਖਾਣੀ ਹੈ। ਬਾਪ ਕਹਿੰਦਾ ਅੱਗੇ ਜਾ ਕੇ ਖਾਵਾਂਗੇ। ਉਹ ਕਹਿੰਦੇ ਕਾਕਾ ਬੰਸਰੀ ਲੈ ਲਾ। ਕਹਿੰਦਾ ਨਾ ਮੈਂ ਨਹੀਂ ਲੈਣੀ। ਸਾਰੀਆਂ ਚੀਜ਼ਾਂ ਤੋਂ ਨਾ ਕਰੀ ਜਾਂਦਾ ਹੈ, ਕਿਉਂਕਿ ਬਾਪ ਤੋਂ ਵਿਛੜ ਗਿਆ, ਕੋਈ ਚੀਜ਼ ਚੰਗੀ ਹੀ ਨਹੀਂ ਲੱਗਦੀ। ਕਿਸੇ ਤਰ੍ਹਾਂ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਸੰਸਾਰ 'ਚ ਬੜਾ ਕੁਛ ਹੈ, ਸਾਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਉਸ ਤੋਂ ਵਿਛੜ ਗਏ ਹਾਂ। ਸਭ ਕੁਛ ਹੋਣ ਦੇ ਬਾਅਦ ਵੀ ਸਾਨੂੰ ਐਂ ਲੱਗਦਾ ਸਾਡੇ ਕੋਲ ਕੁਝ ਨਹੀਂ ਹੈ। ਬਸ ਉਹ ਜੋ ਨਹੀਂ ਹੈ ਨਾ, ਉਹੀ ਪਰਮਾਤਮਾ ਹੈ। ਜਦੋਂ ਪਰਮਾਤਮਾ ਨਾਲ ਮੇਲ ਹੋ ਜਾਏਗਾ ਫਿਰ ਸਭ ਕੁਝ ਠੀਕ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਹੈ ਤੇ ਉਹ ਸਾਡਾ ਸਹਾਈ ਹੈ, ਤੇ ਉਹ ਸਾਡੇ ਨਾਲ, ਉਹ ਸਾਨੂੰ ਛੱਡ ਕੇ ਵੀ ਨਹੀਂ ਜਾਂਦਾ, ਪਰ ਉਹ ਪਕੜਿਆ ਨਹੀਂ ਜਾ ਸਕਦਾ, ਉਹ ਤੋਲਿਆ ਨਹੀਂ ਜਾ ਸਕਦਾ। ਇਹ ਤੇ ਤੋਲਣ ਤੋਂ ਮਤਲਬ ਕੋਈ ਤੱਕੜੀ ਦੇ ਬਿਠਾ ਕੇ ਤੋਲਣ ਤੋਂ ਨਹੀਂ ਭਾਵ ਹੈ, ਭਾਵ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਪ੍ਰੀਤਮ ਭਾਈ ਬਾਪ ਮੋਰ ਮਾਈ ਭਗਤਨ ਕਾ ਓਲਾ। ਪਰਮਾਤਮਾ ਮੇਰਾ ਪ੍ਰੀਤਮ ਹੈ, ਭਾਈ ਮੇਰਾ ਭਰਾ ਹੈ, ਮੇਰਾ ਬਾਪ ਹੈ, ਮੇਰੀ ਮਾਂ ਹੈ। ਉਹ ਭਗਤਾਂ ਦਾ ਓਲਾ ਹੈ, ਉਹ ਭਗਤਾਂ ਦਾ ਓਟ ਆਸਰਾ ਹੈ। ਜਿਹੜਾ ਗੁਸਲਖਾਨਾ ਹੈ ਪਹਿਲਾਂ ਇਹਨੂੰ ਉਹ ਲੈ ਕੇ ਕਰਦੇ ਸੀ, ਨਹਾਉਣ ਧੋਣੇ ਪਿਸ਼ਾਬ ਕਰ ਲਈ, ਇੱਕ ਅੱਧੀ ਕੰਧ ਕੱਢ ਲੈਂਦੇ ਸਨ। ਜਦੋਂ ਗਰੀਬੀ ਹੁੰਦੀ ਸੀ, ਆਮ ਘਰਾਂ 'ਚ ਗੁਸਲਖਾਨੇ ਹੁੰਦੇ ਹੀ ਨਹੀਂ ਸੀ। ਕੋਈ ਮੰਜੀ ਜਿਹੀ ਅੱਗੇ ਖੜੀ ਕਰਕੇ ਬੀਬੀਆਂ ਵਿਚਾਰੇ ਨਹਾ ਨੂੰ ਲਿਆ ਕਰਦੇ ਕਿਸੇ ਤਰ੍ਹਾਂ। ਮੈਂ ਪਰ ਜਿਵੇਂ ਅਸੀਂ ਵੱਡੀ ਉਮਰ ਵਾਲੇ ਜਿਹੜੇ ਹਾਂ, ਇਹ ਪਿੰਡਾਂ ਸਾਰਾ ਕੁਝ ਦੇਖਿਆ ਹੋਇਆ ਹੈ। ਸਾਡੇ ਪਿਤਾ ਜੀ ਨੇ ਫਿਰ ਪਾਕਿਸਤਾਨ ਤੋਂ ਆ ਕੇ ਗੁਸਲਖਾਨਾ ਬਣਾਇਆ। ਲੋਕ ਵੇਖਣ ਆਉਂਦੇ, ਇਹ ਫਰੂਜੀਆਂ ਨੇ ਨਾ, ਕਹਿੰਦੇ ਇੱਕ ਗੁਸਲਖਾਨਾ ਬਣਾਇਆ। ਬੜਾ ਅਜੀਬ ਬਣਾ ਲੱਗਿਆ। ਅਸੀਂ ਫਿਰ ਨਲਕਾ ਲਾ ਲਿਆ। ਉੱਥੇ ਪਾਣੀ ਬੜਾ ਡੂੰਘਾ ਸੀ ਬਠਿੰਡੇ ਜ਼ਿਲ੍ਹੇ 'ਚ, ਨਲਕਾ ਲਾ ਲਿਆ। ਕਹਿੰਦੇ ਫਰੂਜੀਆਂ ਨੇ ਇੱਕ ਮਸ਼ੀਨ ਲਾਈ ਹੈ, ਐਂ ਧਰਤੀ 'ਚੋਂ ਬਾਹਰ ਪਾਣੀ ਆਉਂਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਭਰਦੇ ਰਹਿੰਦੇ ਸਨ ਪਾਣੀ, ਕਿਉਂਕਿ ਪਹਿਲਾਂ ਖੂਹ ਤੋਂ ਲਿਆਇਆ ਕਰਦੇ ਸਨ ਪਾਣੀ, ਅਤੇ ਖੂਹ ਜਿਹੜੇ ਸਨ ਪਿੰਡ ਦੇ ਬਾਹਰ ਵਾਰ ਹੁੰਦੇ ਸਨ। ਸੋ
ਉਹ ਵੀ ਸਮਾਂ ਸੀ ਜਦੋਂ ਨਲਕੇ ਨੂੰ ਲੋਕ ਵੇਖਣ ਆਇਆ ਕਹਿੰਦੇ ਫਰੂਜੀਆਂ ਨੇ ਕਹਿੰਦਾ ਪਤਾ ਨਹੀਂ ਕਿਹੜੀ ਮਸ਼ੀਨ ਲਿਆਂਦੀ ਹੈ, ਬੜਾ ਅਜੀਬ ਲੱਗਦਾ। ਉਹ ਬਚਪਨ ਯਾਦ ਹੀ ਕਰਕੇ ਵੀ ਹੁਣ ਬੜਾ ਅਜੀਬ ਲੱਗਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਉਹ ਭਗਤਾਂ ਦਾ ਓਲਾ ਹੈ, ਉਹ ਭਗਤਾਂ ਦਾ ਓਟ ਆਸਰਾ ਹੈ। ਅਲਾਖ ਲਿਖਾਇਆ ਗੁਰ ਤੇ ਪਾਇਆ, ਨਾਨਕੇ ਹਰ ਕਾ ਝੋਲਾ। ਝੋਲਾ ਮੈਨੇ ਚੋਜ, ਹਰੀ ਦੇ ਚੋਜ ਹੈ ਕਿ ਉਹ ਪਰਮਾਤਮਾ ਜੋ ਅਲੱਖ ਹੈ, ਜੋ ਦਿਖਾਈ ਨਹੀਂ ਦਿੰਦਾ ਹੈ, ਗੁਰੂ ਨੇ ਉਹਦੇ ਦਰਸ਼ਨ ਕਰਦੇ ਲਿਖਾਇਆ, ਗੁਰੂ ਨੇ ਦਰਸ਼ਨ ਕਰਾਤੇ। ਆਸਾ ਮਹਿਲਾ ਪੰਜਵਾਂ। ਗੁਰੂ ਮਹਾਰਾਜ ਕਹਿੰਦੇ ਗੁਰੂ ਕਿਰਪਾ, ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਗੁਰੂ ਰਾਹੀਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਇਹ ਵੀ ਪਰਮਾਤਮਾ ਚੋਲਾ ਹੈ, ਇਹ ਵੀ ਉਹਦਾ ਚੋਜ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।